ਹੈਲੋ ਸਟੂਡੈਂਟ, ਵੈਲਕਮ ਟੂ ਨੈਕਸਟ ਕਲਾਸ। ਬੇਟਾ ਆਪਾਂ ਯੂਨਿਟ ਨੰਬਰ 2 ਸ਼ੁਰੂ ਕਰ ਰੱਖੀ ਸੀਗੀ। ਉਹਦਾ ਨੈਕਸਟ ਟੌਪਿਕ ਹੈਗਾ ਆਇਨਸਟਾਈਨਸ ਫੋਟੋ ਇਲੈਕਟ੍ਰਿਕ ਇਕੁਏਸ਼ਨ, ਐਨਰਜੀ ਕੁਆਂਟਮ ਆਫ ਦਾ ਰੇਡੀਏਸ਼ਨ। ਇਸ ਯੂਨਿਟ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜਾ ਆਪਾਂ ਟੌਪਿਕ ਕਹਿ ਸਕੀਏ, ਜਿਹੜਾ ਕਿ 4 ਨੰਬਰ ਦੇ ਵਿੱਚ ਕੁਐਸਚਨ ਆਉਂਦਾ ਹੈ, ਉਹ ਇਹੀ ਕੁਐਸਚਨ ਹੈ ਜੋ ਬਾਰ-ਬਾਰ ਰਿਪੀਟ ਹੁੰਦਾ। ਜੇਕਰ ਤੁਸੀਂ ਬੋਰਡ ਦੇ ਕੁਐਸਚਨ ਪੇਪਰ ਦੇਖੋ ਤਾਂ ਉਹਨਾਂ ਦੇ ਵਿੱਚ ਇਹ ਕੁਐਸਚਨ ਜਿਹੜਾ ਹੈਗਾ ਮਲਟੀਪਲ ਟਾਈਮ ਜਿਹੜਾ ਇਹ ਆਉਂਦਾ ਹੈ। ਸਭ ਤੋਂ ਇੰਪੋਰਟੈਂਟ ਜਿਹੜਾ ਕੁਐਸਚਨ ਆਪਾਂ ਕਹਿ ਸਕਦੇ ਹਾਂ ਇਸ ਯੂਨਿਟ ਦਾ। ਤਾਂ ਆਇਨਸਟਾਈਨ ਜਿਹੜੇ ਇੱਕ ਬਹੁਤ ਮਹਾਨ ਵਿਗਿਆਨੀ ਹੋਏ ਨੇ। ਕੱਲ੍ਹ ਆਪਾਂ ਨੇ ਫੋਟੋ ਇਲੈਕਟ੍ਰਿਕ ਇਫੈਕਟ ਕੀਤਾ ਸੀ ਅਤੇ ਉਹਦੇ ਲਾਜ਼ ਕੀਤੇ ਸੀ। ਤਾਂ ਆਇਨਸਟਾਈਨ ਨੇ ਉਹਨਾਂ ਲਾਜ਼ ਨੂੰ ਕੀ ਕੀਤਾ, ਇੱਕ ਇਕੁਏਸ਼ਨ ਦੀ ਸਹਾਇਤਾ ਦੇ ਨਾਲ ਐਕਸਪਲੇਨ ਕੀਤਾ ਹੈ। ਉਹਨਾਂ ਨੇ ਇੱਕ ਇਕੁਏਸ਼ਨ ਦਿੱਤੀ ਅਤੇ ਉਸ ਇਕੁਏਸ਼ਨ ਦੇ ਨਾਲ ਉਹ ਜਿਹੜੇ 4 ਲਾਜ਼ ਸੀਗੇ ਫੋਟੋ ਇਲੈਕਟ੍ਰਿਕ ਇਫੈਕਟ ਦੇ, ਉਹਨਾਂ ਨੂੰ ਐਕਸਪਲੇਨ ਕੀਤਾ। ਤਾਂ ਉਹਨਾਂ ਨੇ ਕੀ ਕਿਹਾ ਕਿ ਜਿਹੜੀ ਐਨਰਜੀ ਹੈ ਜੋ ਸਾਡੇ ਕੋਲ ਲਾਈਟ ਆਉਂਦੀ ਹੈ, ਉਹਨਾਂ ਨੇ ਇੱਕ ਥਿਊਰੀ ਦਿੱਤੀ, ਇਹਨੂੰ ਕਹਿੰਦੇ ਨੇ ਪਲੈਂਕਸ ਕੁਆਂਟਮ ਥਿਊਰੀ। ਉਹਨਾਂ ਦੀ ਐਨਰਜੀ ਇੱਕ ਥਿਊਰੀ ਹੈ ਪਲੈਂਕਸ ਕੁਆਂਟਮ ਥਿਊਰੀ। ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੇ ਤੁਹਾਨੂੰ ਪਹਿਲਾਂ ਵੀ 6ਵੇਂ ਯੂਨਿਟ 'ਚ ਗੱਲ ਕੀਤੀ ਸੀ ਕਿ ਲਾਈਟ ਦਾ ਜਿਹੜਾ ਟਰੂ ਨੇਚਰ ਹੈ ਕਿ ਉਹ ਵੇਵ ਨੇਚਰ ਹੈ ਜਾਂ ਪਾਰਟੀਕਲ ਨੇਚਰ ਹੈ। ਉਹਨੂੰ ਵੇਵ ਦੀ ਤਰ੍ਹਾਂ ਲਗਾਤਾਰ ਮੰਨੀਏ ਕਿ ਪਾਰਟੀਕਲ ਦੀ ਤਰ੍ਹਾਂ ਮੰਨੀਏ, ਇਹ ਹਾਲੇ ਤੱਕ ਵੀ ਕਲੀਅਰ ਨਹੀਂ ਹੈਗਾ। ਬਹੁਤ ਸਾਰੇ ਜਿਹੜੇ ਫਿਨੋਮੀਨਾਜ਼ ਨੇ ਉਹ ਇਹ ਮੰਨ ਕੇ ਪ੍ਰੂਵ ਕੀਤੇ ਜਾਂਦੇ ਨੇ ਕਿ ਲਾਈਟ ਵੇਵ ਹੈ। ਬਹੁਤ ਸਾਰੇ ਫਿਨੋਮੀਨਾਜ਼ ਨੇ ਇਹ ਮੰਨ ਕੇ ਕੀਤੇ ਜਾਂਦੇ ਨੇ ਕਿ ਲਾਈਟ ਪਾਰਟੀਕਲ ਹੈ। ਤਾਂ ਆਇਨਸਟਾਈਨਸ ਦੇ ਅਕੋਰਡਿੰਗ ਕੀ ਹੈ, ਲਾਈਟ ਰੇਡੀਏਸ਼ਨ ਜਿਹੜੀ ਹੈਗੀ ਹੈ ਉਹ ਕੰਸਿਸਟ ਕਰਦੀ ਹੈ ਟਿਨੀ ਪਾਰਟੀਕਲ ਆਫ ਐਨਰਜੀ ਕਾਲਡ ਕੁਆਂਟਮ। ਕਿ ਲਾਈਟ ਦੀ ਜਿਹੜੀ ਰੇਡੀਏਸ਼ਨ ਨੇ, ਦੇਖੋ ਲਾਈਟ ਰੇਡੀਏਸ਼ਨ ਹੈ, ਉਹਦੇ ਵਿੱਚ ਕੀ ਨੇ, ਐਨਰਜੀ ਦੇ ਛੋਟੇ ਛੋਟੇ ਪੈਕੇਟਸ ਨੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਕੁਆਂਟਾ। ਐਂਡ ਵਨ ਕੁਆਂਟਾ ਇਜ਼ ਕਾਲਡ ਫੋਟੋਨ। ਮਤਲਬ ਇੱਕ ਪੈਕੇਟ ਨੂੰ ਆਪਾਂ ਕੀ ਬੋਲਦੇ ਹਾਂ, ਫੋਟੋਨ ਬੋਲਦੇ ਹਾਂ, ਵਿਚ ਟਰੈਵਲ ਵਿਦ ਦਾ ਸਪੀਡ ਆਫ ਲਾਈਟ। ਅਤੇ ਉਹ ਜਿਹੜਾ ਫੋਟੋਨ ਹੈ ਉਹ ਲਾਈਟ ਦੀ ਸਪੀਡ ਨਾਲ ਹੀ ਟਰੈਵਲ ਕਰਦਾ ਹੈ। ਕਿ ਐਨਰਜੀ ਜਿਹੜੀ ਕੋਈ ਵੀ ਲਾਈਟ ਹੈ ਜਿਹੜੀ ਉਹ ਛੋਟੇ ਛੋਟੇ ਐਨਰਜੀ ਦੇ ਪੈਕੇਟਸ ਤੋਂ ਬਣੀ ਹੋਈ ਹੈ, ਦੈਟ ਇਜ਼ ਕਾਲਡ ਕੁਆਂਟਾ। ਐਂਡ ਵਨ ਕੁਆਂਟਾ ਇਜ਼ ਕਾਲਡ ਫੋਟੋਨ ਐਂਡ ਇਟ ਟਰੈਵਲ ਵਿਦ ਦਾ ਸਪੀਡ ਆਫ ਲਾਈਟ। ਤਾਂ ਜਿਹੜੀ ਐਨਰਜੀ ਹੁੰਦੀ ਹੈ ਫੋਟੋਨ ਕੋਲੇ, ਉਹ ਹੁੰਦੀ ਹੈ E ਇਜ਼ ਇਕੁਅਲ ਟੂ H ਨਿਊ। E ਕੀ ਹੈ, ਐਨਰਜੀ, H ਪਲੈਂਕਸ ਕਾਂਸਟੈਂਟ, ਨਿਊ ਕੀ ਹੈ ਉਹਦੀ ਫਰੀਕੁਐਂਸੀ। ਦਿਸ ਇਜ਼ ਦਾ ਟੋਟਲ ਐਨਰਜੀ ਜੋ ਇੱਕ ਫੋਟੋਨ ਕੋਲੇ ਹੁੰਦੀ ਹੈ। ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਕਿ ਜਿਹੜੀ ਟੋਟਲ ਐਨਰਜੀ ਫੋਟੋਨ ਦੀ ਹੁੰਦੀ ਹੈ, ਹੁਣ ਦੇਖੋ ਇਲੈਕਟ੍ਰੋਨ ਕਦੋਂ ਇਜੈਕਟ ਹੁੰਦਾ ਹੈ, ਅਕੋਰਡਿੰਗ ਟੂ ਆਇਨਸਟਾਈਨ assumed that one photoelectron is ejected from the metal surface if one photon of suitable light radiation fall on it। ਤਾਂ ਆਇਨਸਟਾਈਨ ਦੇ ਅਕੋਰਡਿੰਗ ਕਿ ਇਲੈਕਟ੍ਰੋਨ ਮੈਟਲ ਸਰਫੇਸ ਤੋਂ ਕਦੋਂ ਨਿਕਲੂਗਾ, ਇੱਕ ਇਲੈਕਟ੍ਰੋਨ, ਕਿ ਜਦੋਂ ਇੱਕ ਫੋਟੋਨ ਸੂਟੇਬਲ ਐਨਰਜੀ ਵਾਲਾ ਉਸ ਇਲੈਕਟ੍ਰੋਨ ਦੇ ਉੱਪਰ ਪਊਗਾ ਅਤੇ ਉਹ ਇਲੈਕਟ੍ਰੋਨ ਉਸ ਫੋਟੋਨ ਨੂੰ ਕੀ ਕਰ ਲੂਗਾ, ਅਬਜ਼ੋਰਵ ਕਰ ਲੂਗਾ। ਮਤਲਬ ਦੇਖੋ ਐਨਰਜੀ, ਇਲੈਕਟ੍ਰੋਨ ਨਿਕਲਣ ਵਾਸਤੇ ਐਨਰਜੀ ਚਾਹੀਦੀ ਹੈ। ਐਨਰਜੀ ਕਿੱਥੋਂ ਮਿਲਣੀ ਹੈ, ਫੋਟੋਨ ਤੋਂ ਮਿਲਣੀ ਹੈ। ਅਤੇ ਜਦੋਂ ਇੱਕ ਸੂਟੇਬਲ ਐਨਰਜੀ ਵਾਲਾ ਫੋਟੋਨ ਜਿਹੜਾ ਹੈਗਾ ਇਲੈਕਟ੍ਰੋਨ ਦੇ ਉੱਪਰ ਪਊਗਾ ਤਾਂ ਉਹ ਇਲੈਕਟ੍ਰੋਨ ਉਸਦੀ ਐਨਰਜੀ ਨੂੰ ਅਬਜ਼ੋਰਵ ਕਰਕੇ ਮੈਟਲ ਸਰਫੇਸ ਤੋਂ ਬਾਹਰ ਨਿਕਲ ਜੂਗਾ। ਤਾਂ ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਇਲੈਕਟ੍ਰੋਨ ਨਿਕਲੂਗਾ ਉਹਦੀ ਕੋਲ ਜਿਹੜੀ ਐਨਰਜੀ ਹੋਊਗੀ ਉਹ 2 ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਹੈ। ਐਨਰਜੀ ਦਾ ਇੱਕ ਪਾਰਟ ਕੰਮ ਆਉਂਦਾ ਟੂ ਰਿਮੂਵ ਦਾ ਇਲੈਕਟ੍ਰੋਨ ਫਰੋਮ ਦਾ ਮੈਟਲ ਸਰਫੇਸ। ਠੀਕ ਹੈ, ਇੱਕ ਹਿੱਸਾ ਜਿਹੜਾ ਐਨਰਜੀ ਦਾ ਉਹ ਇਲੈਕਟ੍ਰੋਨ ਨੂੰ ਮੈਟਲ ਸਰਫੇਸ ਤੋਂ ਵੱਖਰਾ ਕਰਨ ਦੇ ਕੰਮ ਆਉਂਦਾ, ਬਾਹਰ ਕੱਢਣ ਦੇ ਕੰਮ ਆਉਂਦਾ, ਜਿਹਨੂੰ ਆਪਾਂ ਕਹਿੰਦੇ ਹਾਂ ਵਰਕ ਫੰਕਸ਼ਨ। ਕੱਲ੍ਹ ਵੀ ਆਪਾਂ ਗੱਲ ਕੀਤੀ ਸੀ। ਦੂਜਾ ਹਿੱਸਾ ਜਿਹੜੀ ਬਚੀ ਹੋਈ ਐਨਰਜੀ ਹੈ, ਇਹ ਕੀ ਕਰੂਗਾ, ਉਹਨੂੰ ਕਨੈਟਿਕ ਐਨਰਜੀ ਪ੍ਰੋਵਾਈਡ ਕਰੂਗਾ ਇਲੈਕਟ੍ਰੋਨ ਨੂੰ। ਇਟ ਵਿਲ ਪ੍ਰੋਵਾਈਡ ਦਾ ਕਨੈਟਿਕ ਐਨਰਜੀ ਟੂ ਦਾ ਇਜੈਕਟਡ ਇਲੈਕਟ੍ਰੋਨ। ਵਰਕ ਫੰਕਸ਼ਨ ਨੂੰ ਆਪਾਂ ਇੱਕ ਅੱਖਰ ਨਾਲ ਲਿਖਦੇ ਹਾਂ, ਨੋਟ ਕਰਦੇ ਹਾਂ, ਫਾਈ ਨੋਟ। ਕਨੈਟਿਕ ਐਨਰਜੀ ਇਜ਼ ਇਕੁਅਲ ਟੂ ਹਾਫ mv²। ਇਹਦੇ ਪੈਰ 'ਚ ਪਾਇਆ ਮੈਕਸੀਮਮ ਕਨੈਟਿਕ ਐਨਰਜੀ, ਕਿਉਂਕਿ ਜੋ ਐਨਰਜੀ ਸਿਰਫ ਇੱਕ ਹਿੱਸਾ ਯੂਜ਼ ਹੋਇਆ ਇਲੈਕਟ੍ਰੋਨ ਕੱਢਣ ਵਾਸਤੇ, ਬਾਕੀ ਸਾਰੀ ਐਨਰਜੀ ਜਿਹੜੀ ਹੈਗੀ ਉਹ ਕਨੈਟਿਕ ਐਨਰਜੀ ਪ੍ਰੋਵਾਈਡ ਕਰਨ ਦੇ ਕੰਮ ਆਊਗੀ। ਤਾਂ ਇਸ ਕਰਕੇ ਬੋਲਦੇ ਨੇ ਕਨੈਟਿਕ ਐਨਰਜੀ ਮੈਕਸੀਮਮ ਹਾਫ mv²। ਤਾਂ ਇਹਦੇ ਵਿੱਚ ਟੋਟਲ ਐਨਰਜੀ ਜਿਹੜੀ ਕਾਹਦੇ ਬਰਾਬਰ ਹੈ, ਵਰਕ ਫੰਕਸ਼ਨ ਪਲੱਸ ਕਨੈਟਿਕ ਐਨਰਜੀ। ਤਾਂ ਕਨੈਟਿਕ ਐਨਰਜੀ ਨੂੰ ਇੱਕ ਪਾਸੇ ਰੱਖ ਲਈਏ, ਵਰਕ ਫੰਕਸ਼ਨ ਨੂੰ ਆਪਾਂ ਦੂਜੇ ਪਾਸੇ ਚੱਕ ਕੇ ਲੈ ਜਾਈਏ ਤਾਂ ਕੀ ਬਣ ਜੂਗਾ, ਹਾਫ mv² ਬਰਾਬਰ ਹੈ H ਨਿਊ ਮਾਈਨਸ ਫਾਈ ਨੋਟ। ਸੋ ਇਸ ਇਕੁਏਸ਼ਨ ਨੂੰ ਬੋਲਦੇ ਨੇ ਕਨੈਟਿਕ ਐਨਰਜੀ ਇਜ਼ ਇਕੁਅਲ ਟੂ H ਨਿਊ ਮਾਈਨਸ ਫਾਈ ਨੋਟ ਇਜ਼ ਕਾਲਡ ਆਇਨਸਟਾਈਨਸ ਫੋਟੋ ਇਲੈਕਟ੍ਰਿਕ ਇਕੁਏਸ਼ਨ। ਇਸ ਇਕੁਏਸ਼ਨ ਦਾ ਨਾਮ ਹੈ ਆਇਨਸਟਾਈਨਸ ਫੋਟੋ ਇਲੈਕਟ੍ਰਿਕ ਇਕੁਏਸ਼ਨ। ਇਹਨੂੰ ਆਪਾਂ ਇੱਕ ਫਾਰਮ 'ਚ ਹੋਰ ਵੀ ਲਿਖ ਸਕਦੇ ਹਾਂ। ਹੁਣ ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਇਲੈਕਟ੍ਰੋਨ ਕੱਢਣ ਵਾਸਤੇ ਜੋ ਐਨਰਜੀ ਆ ਰਹੀ ਹੈ, ਜੋ ਲਾਈਟ ਆ ਰਹੀ ਹੈ, ਉਹਦੀ ਇੱਕ ਸੂਟੇਬਲ ਫਰੀਕੁਐਂਸੀ ਹੋਣੀ ਚਾਹੀਦੀ ਹੈ। ਮਤਲਬ ਜਿਹੜਾ ਵਰਕ ਫੰਕਸ਼ਨ ਵਾਸਤੇ ਐਨਰਜੀ ਚਾਹੀਦੀ ਹੈ ਉਹ ਇੱਕ ਖਾਸ ਫਰੀਕੁਐਂਸੀ ਦੇ ਕੋਰਸਪੋਂਡਿੰਗ ਚਾਹੀਦੀ ਹੈ। ਜੋ ਐਨਰਜੀ ਵਰਕ ਫੰਕਸ਼ਨ ਵਾਸਤੇ ਚਾਹੀਦੀ ਹੈ ਉਹ ਘੱਟੋ ਘੱਟ ਕਿੰਨੀ ਫਰੀਕੁਐਂਸੀ ਵਾਲੀ ਲਾਈਟ ਨਾਲ ਮਿਲੂਗੀ ਆਪਾਂ ਨੂੰ, ਥ੍ਰੈਸ਼ਹੋਲਡ ਫਰੀਕੁਐਂਸੀ। ਕੱਲ੍ਹ ਆਪਾਂ ਗੱਲ ਕੀਤੀ ਸੀ ਥ੍ਰੈਸ਼ਹੋਲਡ ਫਰੀਕੁਐਂਸੀ ਦਾ ਮਿਨੀਮਮ ਫਰੀਕੁਐਂਸੀ ਰਿਕੁਆਇਰਡ ਟੂ ਰਿਮੂਵ ਦਾ ਇਲੈਕਟ੍ਰੋਨ ਫਰੋਮ ਦਾ ਮੈਟਲ ਸਰਫੇਸ। ਮਤਲਬ ਜੇ ਇੰਨੀ ਫਰੀਕੁਐਂਸੀ ਵਾਲੀ ਲਾਈਟ ਆਊਗੀ ਤਾਂ ਜਿਹੜੀ ਉਹ ਐਨਰਜੀ ਦੇਊਗੀ ਉਹ ਸਿਰਫ ਓਨੀ ਐਨਰਜੀ ਦੇਊਗੀ ਜਿੰਨੀ ਕਿ ਇਲੈਕਟ੍ਰੋਨ ਕੱਢਣ ਵਾਸਤੇ ਚਾਹੀਦੀ ਹੈ। ਉਹਦੇ ਨਾਲ ਕੋਈ ਵੀ ਕਨੈਟਿਕ ਐਨਰਜੀ ਪ੍ਰੋਵਾਈਡ ਨਹੀਂ ਹੋਊਗੀ। ਤਾਂ ਮਤਲਬ ਮੈਂ ਫਾਈ ਨੋਟ ਨੂੰ ਕੀ ਲਿਖ ਸਕਦਾ, H ਨਿਊ ਨੋਟ। ਤਾਂ ਇੱਥੇ ਇਕੁਏਸ਼ਨ ਕੀ ਬਣ ਜੂਗੀ, ਕਨੈਟਿਕ ਐਨਰਜੀ
इज इक्वल टू एच न्यू माइनस एच न्यू नॉट। तो एच कॉमन आ गया, दैट इज न्यू माइनस न्यू नॉट। तो इनू भी आपां की बोलांगे आइनस्टाइनस फोटो इलैक्ट्रिक इक्वेशन। तो यही मेन इक्वेशन जी हैगी आइनस्टाइन की। ਇਹਦੀ सहायता ਦੇ ਨਾਲ ਹੀ ਆਪਾਂ ਲਾਜ਼ ਜਿਹੜੇ ਨੇ फोटो इलैक्ट्रिक कमीशन ਦੇ ਉਹਨਾਂ ਨੂੰ एक्सप्लेन करांगे। याद करो ਹੁਣ पहला लॉ की सीगा, पहला लॉ सीगा कि नंबर ऑफ द फोटो इलैक्ट्रॉन्स इजैक्टेड इज डायरैक्टली प्रोपोर्शनल टू द इंटेंसिटी ऑफ इंसीडेंट लाइट। कि किसी भी मैटल सरफेस तो किन्ने इलैक्ट्रॉन निकल रहे हैं वो डिपेंड करते हैं कि उस लाइट की किन्नी मात्रा इंटेंसिटी किन्नी रोशनी जी हैगी है पै रही है उस मैटल सरफेस के उपर, बशर्ते कि उसकी फ्रीकुएंसी थ्रैशहोल्ड तो की होनी चाहिए, ज़्यादा होनी चाहिए। सिंस वन इंसीडेंट फोटोन, देखो आप उपर गल की है कि एक इलैक्ट्रॉन निकलने वास्ते जो इलैक्ट्रॉन है एक फोटोन नूं अबजॉर्व करूगा। ਇਹਦਾ मतलब जिन्ने फोटोन ज़्यादा पैणगे मैटल सरफेस ते उन्ने ही की होणगे ਵੱਧ इलैक्ट्रॉन निकलणगे। हुण एक इलैक्ट्रॉन ये नहीं हो सकता कि एक इलैक्ट्रॉन 10 कल्ला जिहड़ा 10 फोटोन अबजॉर्व करूगा। एक इलैक्ट्रॉन ने एक फोटोन ही अबजॉर्व करना है, तो जे 10 फोटोन ने तो 10 इलैक्ट्रॉन अबजॉर्व कर लेंगे। सिंस वन इंसीडेंट फोटोन इजैक्ट वन फोटो इलैक्ट्रॉन फ्रॉम द मैटल सरफेस, एक जिहड़ा फोटोन है एक इलैक्ट्रॉन कढ़दा है। देयरफॉर द नंबर ऑफ फोटो इलैक्ट्रॉन एमिटेड कि किन्ने फोटो इलैक्ट्रॉन निकलणगे पर सैकेंड डिपेंड करदा है किन्ने फोटोन मैटल सरफेस के उपर पैणगे। तो किन्ने फोटोन पैणगे वो किहदे उपर डिपेंड करदा है इंटेंसिटी ऑफ द इंसीडेंट लाइट। जो जिन्नी रोशनी की मात्रा ज़्यादा होगी उन्ने उहदे विच फोटोन की गिनती ज़्यादा होगी, जिन्ने फोटोन की गिनती ज़्यादा होगी उन्ने ही फोटोन इलैक्ट्रॉन द्वारा अबजॉर्ब वध किए जाएंगे तो उन्ने ही नंबर ऑफ इलैक्ट्रॉन वध बाहर निकलणगे। तो पहला यही लॉ सीगा कि नंबर ऑफ फोटो इलैक्ट्रॉन इजैक्टेड फ्रॉम द मैटल सरफेस इज डायरैक्टली प्रोपोर्शनल टू द इंटेंसिटी ऑफ द इंसीडेंट लाइट। तो यही गल इत्थों प्रूव होगी कि नंबर ऑफ वन इलैक्ट्रॉन जिहड़ा हैगा is removed by absorbing one photon. For more the number of photon falling on the metal surface, more the electron will absorb them and more electron will be ejected from the metal surface. So photon की गिनती किहदे उपर डिपेंड करती है, डिपेंड अपॉन द इंटेंसिटी ऑफ द लाइट। सो इहने की करता पहले लॉ नूं की करता एक्सप्लेन करता। दूजा लॉ की सीगा, दूजा लॉ सी फॉर पर्टिकुलर मैटल देयर एग्जिस्ट ए मिनीमम फ्रीकुएंसी। हरेक मैटल वास्ते एक मिनीमम फ्रीकुएंसी एग्जिस्ट करती है बिलो विच नो फोटो इलैक्ट्रिक एमिशन टेक्स प्लेस, जी तो हेठां कोई भी इलैक्ट्रॉन बाहर नहीं निकलता। हुण इस इक्वेशन की सहायता नाल देखो, जेकर मान लो जी लाइट आ रही है उसकी फ्रीकुएंसी न्यू लैस दैन न्यू नॉट है, इफ न्यू लैस दैन न्यू नॉट है तो की होगा, ए घट है ए वध है, तो कनैटिक एनर्जी इज इक्वल टू एच न्यू माइनस न्यू नॉट है। जे ए छोटा है ए छोटा है ए वड्डा है तो देयर आंसर विल बी नैगेटिव। छोटे चो वड्डी चीज़ घटाओगे तो आंसर जिहड़ा हैगा नैगेटिव आऊगा। पर कनैटिक एनर्जी का फार्मूला अपने उपर लिखा है हाफ एम वी स्केयर। हाफ एक पॉजिटिव क्वांटिटी है, एम मास है, मास कदे भी नैगेटिव नहीं हुंदा। वेलोसिटी नैगेटिव हो सकती है पर वो उपर स्केयर है, तो स्केयर नैगेटिव का स्केयर जिहड़ा पॉजिटिव है, मतलब कनैटिक एनर्जी जिहड़ी हुंदी है आलवेज पॉजिटिव हुंदी है। कनैटिक एनर्जी आलवेज पॉजिटिव है। ਇਹਦਾ मतलब लैफ्ट हैंड साइड तो साढ़े कोले पॉजिटिव आ रही है, राइट हैंड साइड साढ़े कोल नैगेटिव आ रही है। पॉजिटिव आंसर नैगेटिव के बराबर आ रहा है। कि ये पॉसीबल हो सकता है? ये कदे भी पॉसीबल नहीं, दैट इज़ इम्पॉसीबल, दैट इज़ इम्पॉसीबल कि कदे भी कनैटिक एनर्जी नैगेटिव नहीं हो सकती। ठीक है, कनैटिक एनर्जी की हमेशा पॉजिटिव वैल्यू ही हो सकती है। तो जे न्यू की वैल्यू न्यू नॉट तो घट होगी तो कनैटिक एनर्जी नैगेटिव आऊगी, दैट इज़ इम्पॉसीबल। ਇਹਦਾ मतलब फॉर द एमिशन ऑफ द फोटो इलैक्ट्रॉन न्यू एटलीस्ट इक्वल टू न्यू नॉट, घट्टो घट्ट किहदे बराबर होनी चाहिए न्यू नॉट दे, तो कनैटिक एनर्जी की वैल्यू की आ जाऊगी 0 आ जाऊगी। 0 तो हो सकती है पर नैगेटिव नहीं हो सकती, 0 तो हो सकती है पर नैगेटिव नहीं हो सकती। ਇਹਦਾ मतलब न्यू जी है हमेशा ही घट्टो घट्ट किहदे बराबर होनी चाहिए है, सो वो न्यू नॉट के घट्टो घट्ट बराबर होनी चाहिए है। सो हैंस फोटो इलैक्ट्रिक एमिशन डज नॉट टेक्स प्लेस इफ द फ्रीकुएंसी ऑफ द इंसीडेंट लाइट इज बिलो दैन थ्रैशहोल्ड फ्रीकुएंसी। तो इत्थों सारे कोल दूजा जिहड़ा लॉ सी वो भी एक्सप्लेन हो गया। तीजा लॉ की सीगा, द कनैटिक एनर्जी ऑफ द इजैक्टेड इलैक्ट्रॉन इज डायरैक्टली प्रोपोर्शनल टू द फ्रीकुएंसी ऑफ या डिपेंड अपॉन द फ्रीकुएंसी ऑफ द इंसीडेंट लाइट। हुण देखो जी, हुण जेकर साडे कोले न्यू ग्रेटर दैन न्यू नॉट है तो कनैटिक एनर्जी की वैल्यू की आऊगी पॉजिटिव,
मतलब कनेटिक एनर्जी की सम वैल्यू है, कोई ना कोई वैल्यू है। मतलब इलैक्ट्रॉन कोले कनेटिक एनर्जी है, किन्नी है हुण वो डिपेंड करदे भी ये किन्नी ज़्यादा है। जिन्ना ही इन्हां दोनों का गैप ज़्यादा होऊगा उन्नी ही ये मोर पॉजिटिव हो जूगी, मोर न्यू ग्रेटर दैन न्यू नॉड मोर कनेटिक एनर्जी। मतलब जिन्नी इंसीडेंट रेडिएशन की फ्रीकुएंसी ज़्यादा होगी थ्रैशहोल्ड नालों ज़्यादा, उन्नी ही कनेटिक एनर्जी ज़्यादा होगी। सो इथों तीजा लॉ की हो गया, तीजा लॉ भी एक्सप्लेन हो गया। इफ न्यू इज ग्रेटर दैन न्यू नॉट कनेटिक एनर्जी जी डायरैक्टली प्रोपोर्शनल टू न्यू है। सो मैक्सीमम कनेटिक एनर्जी जी डिपेंड अपॉन द फ्रीकुएंसी ऑफ द इंसीडेंट लाइट। इफ द इंसीडेंट इंटेंसिटी ऑफ द इंसीडेंट लाइट रेडिएशन इनक्रीजड, जे इंटेंसिटी नूं वधावांगे तां कनेटिक एनर्जी जिहड़ी ओह वध जूगी एट कॉन्सटेंट फ्री इंटेंसिटी ऑफ लाइट, इंटेंसिटी नूं बदले बिना। सो दिस इज़ द थर्ड लॉ ऑफ फोटोइलैक्ट्रिक एमिशन। चौथा लॉ की सीगा, फोटोइलैक्ट्रिक एमिशन इज़ एन इंस्टंटेनियस प्रोसैस। मतलब ज्यों ही लाइट पैंदी है त्यों ही इलैक्ट्रॉन बाहर निकल जाता है। ठीक है, सो कहना फिनोमिना ऑफ फोटोइलैक्ट्रिक एमिशन की है, हैज़ बीन कंसीव्ड एज एन इफैक्ट ऑफ इलास्टिक कोलिजन बिटवीन फोटोन एंड इलैक्ट्रॉन। ये की कहते हैं आइनस्टाइन की कहते हैं कि जिहड़ा फोटोइलैक्ट्रिक एमिशन हो रहा है वह एक इलास्टिक कोलिजन करके हो रहा है। किहदे विचाले? एक फोटोन ते इलैक्ट्रॉन के विचाले। हुण याद करो इलास्टिक कोलिजन की सी, +1 च आपां पढ़िया सी इलास्टिक कोलिजन। इन विच कनेटिक एनर्जी एंड मोमेंटम ऑफ द बॉडी सिस्टम रिमेन कॉन्सटेंट बिफोर एंड आफ्टर द कोलिजन। ਇਹਦਾ मतलब इलास्टिक कोलिजन च की हुंदा है कि पहली बॉडी जिहड़ी कोलाइड करती है, जिहड़ी ज़्यादा वेलोसिटी नाल आ रही है, वो अपनी एनर्जी ਦਾ कुछ हिस्सा जिहड़ा हैगा जां अपनी एनर्जी है जिहड़ी वो दूजी बॉडी नूं ट्रांसफर कर दिंदी है। तो ਇਹਦੇ ਵਿੱਚ भी उही हो रहा है कि जिहड़ा फोटोन है वो अबजॉर्ब किया जाता है इलैक्ट्रॉन द्वारा, तो ਉਹਦੀ ਜਿਹੜੀ एनर्जी है वो ट्रांसफर हो जाती है इलैक्ट्रॉन नूं। तो इक्को ही प्रोसैस च एज ए रिजल्ट इट द अबजॉर्बशन ऑफ द एनर्जी ऑफ द इलैक्ट्रॉन ऑफ द मैटर फ्रॉम द इंसीडेंट फोटोन इज सिंगल इवेंट। सिंगल इवेंट दे विच ही जिहड़ी एनर्जी है वह इलैक्ट्रॉन द्वारा अबजॉर्ब की जाती है, विच इनवॉल्व द ट्रांसफर ऑफ एनर्जी एट वंस विदाउट एनी। तो एनर्जी जिहड़ी हैगी इक्को दम ट्रांसफर हो जाती है विदाउट एनी टाइम लैग, बिना किसी टाइम लैग तो, बिना किसी टाइम नूं कंज्यूम करे बिना। ठीक है, सो इट इज़ एन इंस्टंटेनियस प्रोसैस। टाइम लैग ना होना मतलब तुरंत होना चीज़ का। ठीक है, तो इत्थों 4 ਦੇ 4 लॉज ने ਜਿਹੜੇ फोटोइलैक्ट्रिक एमिशन ਦੇ ਨਾਲ ਕੀ ਹੋ ਗਏ एक्सप्लेन हो गए। कॉन्सीक्वेंसिस ऑफ फोटोइलैक्ट्रिक एमिशन, ਇਹਦੇ ਕੀ ਸਾਨੂੰ ਨਤੀਜੇ ਕੀ ਨਿਕਲਦੇ ਨੇ? फोटोइलैक्ट्रिक एमिशन इज़ पॉसीबल ओनली इफ द इंसीडेंट लाइट इन फॉर्म ऑफ पैकेट ऑफ एनर्जी। तो फोटोइलैक्ट्रिक एमिशन सिर्फ तां ही हुंदा है जेकर लाइट दे कोले की है एनर्जी दे पैकेट ने, मतलब ईच हैव डेफिनेट अमाउंट ऑफ एनर्जी। पैकेट का मतलब की है कि एक उन्होंने को लाइट को एक पर्टिकुलर अमाउंट ऑफ एनर्जी है, डेफिनेट एनर्जी है, खास फ्रीकुएंसी को खास एनर्जी मोर दैन द फंक्शन वर्क फंक्शन ऑफ द मैटल, तो वो जो वर्क फंक्शन तो ज़्यादा है। दिस शो दैट लाइट इज़ नॉट ऑफ वेव नेचर बट ऑफ पार्टिकल नेचर। तो फोटोइलैक्ट्रिक इफैक्ट जो ये चीज़ शो करता है कि यह लाइट की वेव नेचर नहीं हैगी, पार्टिकल नेचर है। किवें? कल आपां गल कीती सी कि जेकर वेव नेचर हुंदी तां की होना सीगा, लाइट पई जाती मैटल के उपर तो वेव की होंगी है कंटीन्यूज होंगी है लगातार, जिमें टूटी तो पानी लगातार बही जाता है। हुण बड़ी बाल्टी लाती, जे पानी थोड़ा भी निकल रहा है तो पानी की बाल्टी भरूगी तो सही, चाहे थोड़े ज़्यादा टाइम बाद भरूगी। जे तेज़ निकल रहा तो जल्दी भर जूगी, जे हौली निकल रहा तो देर नाल भर जूगी, पर बाल्टी भरूगी जरूर। ठीक है, तो जेकर यह वेव नेचर इस तरह होंगी तो इलैक्ट्रॉन एनर्जी लई जाता सोखी जाता, तो किसी टाइम ते जाके उहदी एनर्जी इन्नी हो जाती कि वह मैटल सरफेस तो बाहर निकल जाता। पर आपां कल ये एक्सपैरीमेंटली ये देखी है कि जदों फ्रीकुएंसी थ्रैशहोल्ड फ्रीकुएंसी तो घट होवे, लाइट चाहे 4 घंटे पवे, चाहे 8 घंटे, चाहे 12 घंटे, फोटो इलैक्ट्रॉन मैटल सरफेस तो बाहर नहीं निकलता। ठीक है, मतलब जेकर इस तरह होना होंदा कि लगातार एनर्जी पैन ते इलैक्ट्रॉन निकल जाता तो असीं मान लेंदे कि वेव नेचर हैगी है कि एनर्जी लगातार पएगी, इलैक्ट्रॉन ने उवें सोख ली तो इलैक्ट्रॉन बाहर निकल गया। पर इस तरह नहीं होंदा, लाइट कोले कंटीन्यूज एनर्जी नहीं होंदी, पैकेट्स दे विच रूप दे विच एनर्जी होंदी है, तो एक इलैक्ट्रॉन सिर्फ इक्को ही पैकेट नूं अबजॉर्ब करदा है। जो पैकेट कोले इन्नी एनर्जी हैगी है कि वह इलैक्ट्रॉन कढ सकदा है तो इलैक्ट्रॉन निकल जूगा, जेकर वो पैकेट कोले इन्नी एनर्जी नहीं हैगी कि इलैक्ट्रॉन कढ सके तो इलैक्ट्रॉन
कदे भी निकलूगा, क्योंकि एक इलैक्ट्रॉन ने इक्को ही पैकेट नूं अबजॉर्ब करना है। तो जेकर वो सूटेबल एनर्जी वाला पैकेट उन्होंने मिल जूगा, फोटोन उन्होंने मिल जूगा, तो इलैक्ट्रॉन इजैक्ट कर जूगा, नहीं करूगा। सो इट इज़ ड्यू टू दिस रीजन दैट फोटो इलैक्ट्रिक एमिशन वाज अकाउंटेड बाय द क्वांटम थ्योरी ऑफ लाइट। तो फोटो इलैक्ट्रॉन जो एमिशन है ये क्वांटम थ्योरी की देन है साडे कोले। सो जो पार्टिकल नेचर ऑफ द लाइट नूं ये एक्सप्लेन करता है। उम्मीद है तुहानूं ये गल ये टॉपिक समझ आ गया होगा। नैक्सट साडे कोल है रिलेशन बिटवीन द कट ऑफ पोटेंशियल, फ्रीकुएंसी ऑफ द इंसीडेंट फोटोन एंड द थ्रैशोल्ड फ्रीकुएंसी। तीन चीज़ों के विचाले रिलेशन है, कट ऑफ पोटेंशियल, इंसीडेंट फोटोन की फ्रीकुएंसी तो थ्रैशोल्ड फ्रीकुएंसी। हुणे आपां ये इक्वेशन कर चुके हैं आपां कि साडे कोल जिहड़ी आइनस्टाइन की इक्वेशन की है, कनैटिक एनर्जी इज इक्वल टू एच न्यू माइनस फाई नॉट। ठीक है, हुण कनैटिक एनर्जी जिहड़ी हैगी है ਉਹਦੇ बराबर है कट ऑफ पोटेंशियल। तुहानूं पता आपां कल कीता सीगा, कट ऑफ पोटेंशियल हुंदा है कि मिनीमम वैल्यू ऑफ नैगेटिव पोटेंशियल गिवन टू प्लेट ए प्लेट नूं आपां घट्टो घट्ट किन्ना नैगेटिव पोटेंशियल दईए कि इलैक्ट्रॉन सी तो निकले तो सही पर ए तक पहुँचे ना, मतलब उहदे कोल कनैटिक एनर्जी की होवे, जीरो होवे, उहदे कोल कोई कनैटिक एनर्जी ना होवे। तो वी नॉट इज़ द कनैटिक कट ऑफ पोटेंशियल और द स्टॉपिंग पोटेंशियल, ई इज़ द चार्ज ऑन द इलैक्ट्रॉन। तो कनैटिक एनर्जी कितनी हो सकती है मैक्सीमम? देखो कनैटिक एनर्जी का फार्मूला की होगा, ई वी नॉट। ये किवें आया अपने कोले? पहले यूनिट दे विच सीगा पोटेंशियल डिफरेंस बराबर हुंदा अपने कोले वर्क डन बटा चार्ज। वर्क डन काहदे बराबर आ गया? पोटेंशियल डिफरेंस गुणा चार्ज। पोटेंशियल डिफरेंस कितना आ गया अपने कोले? वी नॉट कट ऑफ पोटेंशियल। चार्ज कितना है? ई। वर्क डन काहदे बराबर हुंदा? एनर्जी दे। वर्क तो एनर्जी की होंगे ने बराबर होंगे ने अपने को। तो कनैटिक एनर्जी कितनी होगी जिन मतलब कट ऑफ पोटेंशियल के हिसाब नाल घट्टो घट्ट कितना कट ऑफ पोटेंशियल होगा, जिन्नी कनैटिक एनर्जी हैगी है वो अकॉर्डिंग लगूगा ना कट ऑफ। जे वध कनैटिक एनर्जी है तो कट ऑफ पोटेंशियल भी ज़्यादा होगा, जे घट है तो घट लगूगी। तो इन्नी एनर्जी नाल इन्ना मतलब कट ऑफ पोटेंशियल के हिसाब नाल एनर्जी कन्वर्ट होगी, ई वी नॉट के बराबर। फाई नॉट काहदे बराबर है? एच न्यू नॉट के बराबर है। ये वैल्यू जो आप इत्थे पुट कर दईए तो की बन जूगा? ई वी नॉट बराबर है एच न्यू माइनस एच न्यू नॉट। ठीक है जी, एच की आ गया साडा कॉमन आ गया, न्यू माइनस न्यू नॉट आ गया। हुण लैंबड़ा की है? वेवलैंथ हैगी है इंसीडेंट रेडिएशन की। लैंबड़ा नॉट की है? वेवलैंथ हैगी है लाइट की, जिहदी फ्रीकुएंसी कितनी है? थ्रैशहोल्ड। सी की है? वेलोसिटी ऑफ लाइट है। हुण न्यू का फार्मूला हुंदा है, रिलेशन न्यू हुंदी है सी बटा लैंबड़ा। न्यू डैश कदे बराबर हो गया? सी बटा लैंबड़ा नॉट। ये दोने वैल्यूज़ इत्थे पुट कर दो, ये दोने वैल्यूज़ ने जिहड़ियां इत्थे पुट कर दो तो की बन गया? ई वी नॉट एच सी बटा लैंबड़ा माइनस सी बटा लैंबड़ा नॉट। ठीक है जी, सी की आ गया कॉमन, एच सी 1 लैंबड़ा माइनस 1 लैंबड़ा नॉट। ये जिहड़ी रिलेशन आ गई काहदे विचाले आ गई? एक तो आ गई कट ऑफ पोटेंशियल, वेवलैंथ इंसीडेंट लाइट की ते कादी थ्रैशहोल्ड लाइट की। ये आ गई कट ऑफ पोटेंशियल, फ्रीकुएंसी इंसीडेंट लाइट की ते थ्रैशहोल्ड लाइट की। तो ये रिलेशन साडे कोल पेपर 'च 2 नंबर दे विच पुछ ली जाती है। इस तो बाद साडे कोल हैगे ने कुछ इंपॉर्टेंट ग्राफ्स। हाँ जी, कुछ इंपॉर्टेंट ग्राफ ने। पहला है फ्रीकुएंसी एंड स्टॉपिंग पोटेंशियल के विचाले। हुणे आपां ने इक्वेशन की है ई वी नॉट बराबर है एच न्यू माइनस फाई नॉट, जां आ इक्वेशन आपां हुण कर चुके हैं। ठीक है, तो इत्थे ई नाल डिवाइड करता इनू। तो जिहड़े वी नॉट है कट ऑफ पोटेंशियल है डायरैक्टली प्रोपोर्शनल टू किहदे? फ्रीकुएंसी दे। आपां कल भी गल कीती सी कि जिन्नी फ्रीकुएंसी लाइट की ज़्यादा होगी उन्नी उहदे कोल कनैटिक एनर्जी ज़्यादा होगी, उन्नी उहनूं रोकण वास्ते कट ऑफ पोटेंशियल भी की लगूगा? ज़्यादा लगूगा। तो जेकर असीं ग्राफ बनाइए काहदे विचाले? न्यू माइनस वी नॉट के विचाले, सॉरी न्यू तो वी नॉट के विचाले, न्यू तो वी नॉट के विचाले, क्योंकि ये डायरैक्टली प्रोपोर्शनल ने। वी नॉट तो न्यू डायरैक्टली प्रोपोर्शनल ने, जिन्नी न्यू ज़्यादा होगी उन्ना वी नॉट ज़्यादा होगा। डायरैक्टली प्रोपोर्शनल का ग्राफ की होंदा है? स्ट्रेट लाइन। स्ट्रेट लाइन हुणे स्ट्रेट लाइन जीरो तो क्यों नहीं शुरू हुई? क्योंकि ये कुछ चीज़ां माइनस हो रही है, आ चीज़ जिहड़ी हैगी इहदे विचों माइनस हो रही है। तो मतलब ये लाइन जिहड़ी हैगी कुछ नीचे जाके इन्नी थां नीचे जाके की है इहनूं कट कर रही है।
ठीक है। सो कंपेयरिंग द अबव रिलेशन विद द y इज इक्वल टू mx प्लस c, जेकर इस इक्वेशन के नाल मैं मिलावां तो ये इक्वेशन थोड़ा किहदे वर्गी लग रही है, इनू बोलते हैं लीनियर इक्वेशन, ठीक है, इन टू वेरीएबल। लीनियर इक्वेशन किहनूं होंदी है, जिहदे विच पावर की होवे वेरीएबल दी 1 होवे, ठीक है। तो जिहड़ा v ते न्यू नोट दे विचाले ग्राफ बनिया है तो ये आ इंटरसैप्ट बने भी, ये लाइन जाके कित्थे जाके कट करती है -5/E0। फ्रीकुएंसी एंड स्टॉपिंग पोटेंशियल ग्राफ फॉर द डिफरेंट मटीरियल विल बी रिप्रजेंट बाय द पैरल स्ट्रेट लाइन। हुण 3 मटीरियल वास्ते 3 तरह के ग्राफ अलग अलग बन रहे हैं अकॉर्डिंग टू द फ्रीकुएंसी ते नेचर ऑफ द मटीरियल के हिसाब नाल। इट इज़ बिकॉज द स्लोप ऑफ ईच स्ट्रेट लाइन इज़ h/E। हुण देखो जिहड़ा आ स्लोप है एंगल, ये तिन्ना दा सेम है। स्लोप की हुंदा है, आ जो मूहरे लिखिया होया h/E, तो तिन्ना दा स्लोप सेम होऊगा तो तिन्ने लाइनां की आउणगीਆਂ एक दूजे दे पैरलल आउणगीਆਂ, ठीक है। दूजा ग्राफ की है फ्रीकुएंसी ते कनैटिक एनर्जी के विचाले, फ्रीकुएंसी ते कनैटिक एनर्जी के विचाले। ये भी तुहानूं पता, आपां हुण भी गल करके हटिया कि कनैटिक एनर्जी काहते डिपेंड करती है, फ्रीकुएंसी ते। तो ये ग्राफ भी की आऊगा, स्ट्रेट लाइन आऊगा, ठीक है। फिर आ साडे कोल जिहड़ा पिछे लास्ट -5 नोट है कि साडा इंटरसैप्ट कित्थे जाके लाइन कटूगी, ठीक है। ये स्ट्रेट लाइन 0 चों क्यों नहीं पास की, क्योंकि माइनस ये कोई चीज़ माइनस हो रही है। फिर तीजा आ गया फ्रीकुएंसी एंड फोटो इलैक्ट्रिक करंट। हुण ये की है, ग्राफ इंडिपेंडेंट है, मतलब करंट की वैल्यू फ्रीकुएंसी ते डिपेंड नहीं करती। कल भी आपां गल कीती सी, करंट की वैल्यू डिपेंड करती है किन्ने इलैक्ट्रॉन निकले, तो किन्ने इलैक्ट्रॉन निकले डिपेंड किहदे उपर करदे ने, इंटेंसिटी ऑफ द लाइट, कि किन्नी मात्रा लाइट की उहदे उपर पै रही है। जिन्नी वध मात्रा पऊगी उन्ने वध इलैक्ट्रॉन निकलणगे, जिन्नी घट मात्रा पऊगी उन्ने घट निकलणगे। तो साडे कोल ग्राफ इस तरह का आ गया, न्यू ते फ्रीकुएंसी वाला। एक स्ट्रेट लाइन बन रही है, मतलब फ्रीकुएंसी के बदलन नाल करंट के उपर कोई फर्क नहीं पै रहा। इस फ्रीकुएंसी के उपर भी करंट इन्ना ही है, इस फ्रीकुएंसी के उपर भी करंट इन्ना ही है, इस फ्रीकुएंसी के उपर भी करंट इन्ना ही है। फ्रीकुएंसी चेंज होने नाल करंट की वैल्यू से कोई फर्क नहीं पैंदा हैगा। अगे ग्राफ साडे कोल हैगा, फोर्थ ग्राफ हैगा, दैट इज़ इंटेंसिटी एंड द स्टॉपिंग पोटेंशियल। ये भी तुहानूं याद होना चाहिए, कल किया सी आपां ने। स्टॉपिंग पोटेंशियल की वैल्यू हुण भी आपां गल कीती है कि वो फ्रीकुएंसी ते डिपेंड करती है, क्योंकि स्टॉपिंग पोटेंशियल का संबंध है कनैटिक एनर्जी नाल। कनैटिक एनर्जी का अगे संबंध किहदे नाल है, फ्रीकुएंसी दे नाल। जिन्नी फ्रीकुएंसी ज़्यादा उन्नी कनैटिक एनर्जी ज़्यादा, जिन्नी कनैटिक एनर्जी ज़्यादा उन्होंने रोकण वास्ते नैगेटिव पोटेंशियल भी ए प्लेट नूं उन्ना ही ज़्यादा देना पऊगा, पर यह इंटेंसिटी उपर डिपेंड नहीं करता। इस करके ये ग्राफ भी किवें बन गया, स्ट्रेट लाइन, मतलब जिन्नी मर्जी इंटेंसिटी वधी जाए पर V के उपर कोई फर्क नहीं पै रहा। V की वैल्यू जिन्नी सी उन्नी है, अलग अलग इंटेंसिटी से कोई फर्क नहीं पै रहा। फिर आ गया टाइम एंड फोटो इलैक्ट्रिक करंट। ये भी आपां गल कीती सी कि शुरुआत दे विच जिहड़ा हैगा फोटो इलैक्ट्रिक करंट वधदा है टाइम दे वधन नाल, जिवें जिवें लाइट वधदी है तो करंट की वैल्यू वधदी है, पर कुछ समय बाद करंट की वैल्यू की हो जाती है, कॉन्सटेंट हो जाती है। करंट दे विच की आ जाता है, सैचूरेशन आ जाता है, ठीक है ना, सैचूरेशन आ जाता है। तो करंट की वैल्यू पहला इनक्रीज़ करती है, उस तो बाद वो वैल्यू की हो जाती है, कॉन्सटेंट हो जाती है। चाहे इंटेंसिटी बढ़ाओ चाहे ना बढ़ाओ, वो उन्नी रहूगी। तो ये 5 इंपोर्टेंट ग्राफ ने पेपर 'च 1 नंबर के पुछ लए जाते हैं, या ग्राफ दस के ये पुछ लिया जाता है कि ग्राफ की शो करता है। अगला साडा जिहड़ा टॉपिक है दैट इज़ पार्टिकल नेचर ऑफ लाइट। हुणे आपां गल करके हट गए कि फोटो इलैक्ट्रिक इफैक्ट इस्टैबलिश द फैक्ट दैट लाइट इज़ इन इंटरैक्शन विद मैटर बिहेव एज इफ इट वाज मेड अप ऑफ क्वांटा और पैकेट ऑफ द एनर्जी ईच ऑफ एनर्जी h न्यू। तो फोटो इलैक्ट्रिक इफैक्ट ने यह चीज़ नूं एस्टैबलिश किया है, ये तत्थ नूं प्रूव किया है कि जो लाइट किसी मैटर के कॉन्टैक्ट च आती है, किसी मैटर के उपर पैंदी है, तो वह पैकेट ऑफ एनर्जी के रूप में बिहेव करती है, ना कि वेव के रूप में बिहेव करती है, ठीक है। जिहदे कोल एक पैकेट को एनर्जी होंदी है h न्यू। आइनस्टाइन आल्सो मेड एन इंपॉर्टेंट कंक्लूजन दैट लाइट क्वांटा कैन बी एसोसीएटेड विद मोमेंटम h न्यू अपॉन c। तो आइनस्टाइन जी ने यह भी गल दसी है कि जो लाइट क्वांटल है वो मोमेंटम भी होंदा है। मोमेंटम की होगा, h न्यू अपॉन c, इन्ना वो मोमेंटम होंदा है। तो c द वेलोसिटी ऑफ लाइट, ए डेफिनेट वैल्यू ऑफ एनर्जी एज वेल एज द मोमेंटम गिव अस ए स्ट्रोंग इंडिकेशन दैट लाइट क्वांटा इज ए पार्टिकल। तो किसी चीज़ को नाले तो एनर्जी होना नाले ही मोमेंटम होना, दोनों चीज़ों की वैल्यू फिक्स होना, एनर्जी की वैल्यू भी फिक्स है तो मोमेंटम की। तो ये चीज़ शो करता है कि जी लाइट है वो पार्टिकल नेचर है, शो करती है उहदा पार्टिकल नेचर है। तो जिसनों कहा गया उस एक पार्टिकल का नाम है फोटोन, एक क्वांटा नूं आपां बोलते हैं फोटोन। पार्टिकल लाइक बिहेवियर ऑफ द लाइट वाज लेटर कन्फर्म्ड बाय द एक्सपेरिमेंट AH
ਕੌਂਪਟਨ ਐਂਡ ਔਨ ਦ ਸਕੈਟਰਿੰਗ ਆਫ ਦ ਐਕਸ-ਰੇ ਫਰੋਮ ਦ ਇਲੈਕਟ੍ਰੋਨ। ਤਾਂ ਕੌਂਪਟਨ ਨਾਂ ਦੇ ਵਿਗਿਆਨੀ ਨੇ ਵੀ ਬਾਅਦ ਦੇ ਵਿੱਚ ਇਸ ਨੂੰ ਪ੍ਰੂਵ ਕੀਤਾ ਹੈ ਜਾਂ ਇਹਨੂੰ ਵੈਰੀਫਾਈ ਕੀਤਾ ਕਿ ਲਾਈਟ ਦਾ ਪਾਰਟੀਕਲ ਨੇਚਰ ਹੈਗਾ। ਤਾਂ ਇਸ ਨੂੰ ਇਸ ਦੇ ਹੱਕ ਦੇ ਵਿੱਚ ਕੁਛ ਪੁਆਇੰਟ ਨੇ ਜਿਹੜੇ ਕਿ ਪਾਰਟੀਕਲ ਨੇਚਰ ਨੂੰ ਜਿਹੜੇ ਹੈਗੇ ਨੇ ਐਕਸਪਲੇਨ ਕਰਦੇ ਨੇ। ਤਾਂ ਜਿਹੜਾ ਫੋਟੋਨ ਹੈ, ਪਿਕਚਰ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਐਂਡ ਦਾ ਕਰੈਕਟਰਿਸਟਿਕ ਆਫ ਪ੍ਰੋਪਰਟੀ ਆਫ ਫੋਟੋਨ। ਤਾਂ ਫੋਟੋਨ ਦੀ ਕਿਹੜੀਆਂ ਪ੍ਰੋਪਰਟੀਜ਼ ਨੇ? ਇਨ ਇੰਟਰੈਕਸ਼ਨ ਆਫ ਰੇਡੀਏਸ਼ਨ ਵਿਦ ਮੈਟਰ, ਜਦੋਂ ਕੋਈ ਵੀ ਰੇਡੀਏਸ਼ਨ ਮੈਟਰ ਦੇ ਕੰਟੈਕਟ 'ਚ ਆਊਗੀ, ਰੇਡੀਏਸ਼ਨ ਨੇ ਜਿਹੜੀਆਂ ਉਹ ਇਸ ਤਰ੍ਹਾਂ ਬਿਹੇਵ ਕਰਨਗੀਆਂ ਕਿ ਜਿਵੇਂ ਉਹ ਪਾਰਟੀਕਲ ਤੋਂ ਬਣੀਆਂ ਹੋਣ। ਉਸ ਪਾਰਟੀਕਲ ਦਾ ਨਾਮ ਹੈ ਫੋਟੋਨ। ਹਰੇਕ ਫੋਟੋਨ, ਈਚ ਫੋਟੋਨ ਕੋਲ એનર્ਜੀ ਕਿੰਨੀ ਹੁੰਦੀ ਹੈ? ਇਜ਼ ਇਕੁਅਲ ਟੂ ਐਚ ਨਿਊ। ਨਿਊ ਦੀ ਵੈਲਿਊ ਭਰਤੀ ਸੀ ਅਪੋਨ ਲੈਂਬੜਾ, ਅਤੇ ਮੋਮੈਂਟਮ ਹੈਗਾ ਐਚ ਨਿਊ ਅਪੋਨ ਸੀ ਜਾਂ ਐਚ ਅਪੋਨ ਲੈਂਬੜਾ। ਇੰਨਾ ਮੋਮੈਂਟਮ ਹੁੰਦਾ ਹੈ। ਇਰਰਿਸਪੈਕਟਿਵ ਆਫ ਇੰਟੈਂਸਿਟੀ ਆਫ ਰੇਡੀਏਸ਼ਨ, ਰੇਡੀਏਸ਼ਨ ਚਾਹੇ ਘੱਟ ਪੈਣ ਚਾਹੇ ਵੱਧ ਪੈਣ, ਆਲ ਦਾ ਫੋਟੋਨ ਆਫ ਪਾਰਟੀਕੂਲਰ ਫਰੀਕੁਐਂਸੀ ਔਰ ਵੇਵ ਲੈਂਥ ਹੈਵ ਸੇਮ એનર્ਜੀ। ਦੇਖੋ ਲਾਈਟ ਦੀ ਮਾਤਰਾ ਵਧਣ ਜਾਂ ਘਟਣ ਦੇ ਨਾਲ ਫੋਟੋਨ ਦੀ એનર્ਜੀ ਦੇ ਵਿੱਚ ਨਾ ਵਾਧਾ ਹੁੰਦਾ ਨਾ ਘਾਟਾ ਹੁੰਦਾ। એનર્ਜੀ ਜਿਹੜੀ ਹੈਗੀ ਉਹ ਫਰੀਕੁਐਂਸੀ 'ਤੇ ਡਿਪੈਂਡ ਕਰਦੀ ਹੈ, ਠੀਕ ਹੈ। ਤਾਂ ਇੰਟੈਂਸਿਟੀ ਉੱਪਰ એનર્ਜੀ ਉਹਦੀ ਫੋਟੋਨ ਦੀ ਡਿਪੈਂਡ ਕਰਦੀ। ਮਤਲਬ ਇੱਕ ਲਾਈਟ ਕੋਲੇ ਜੇ 100 ਫੋਟੋਨ ਨੇ ਤਾਂ 100 ਦੇ 100 ਕੋਲੇ ਸੇਮ એનર્ਜੀ ਹੋਊਗੀ, ਚਾਹੇ ਲਾਈਟ ਦੀ ਮਾਤਰਾ ਜ਼ਿਆਦਾ ਹੋਵੇ ਚਾਹੇ ਘੱਟ ਹੋਵੇ, ਅਤੇ ਮੋਮੈਂਟਮ ਵੀ ਕੀ ਹੋਊਗਾ? ਸੇਮ ਹੋਊਗਾ। By increasing the intensity of radiation of a given frequency of wavelength on the metal surface, there is only increase in the number of photon falling per second on the surface, and this will increase the number of photoelectron ejected, not the energy of the electron। ਠੀਕ ਹੈ ਕਿ ਜੇਕਰ ਅਸੀਂ ਇੰਟੈਂਸਿਟੀ ਨੂੰ ਵਧਾ ਦਾਂਗੇ ਤਾਂ ਇੰਟੈਂਸਿਟੀ ਵਧਣ ਨਾਲ ਮੈਟਲ ਸਰਫੇਸ ਦੇ ਉੱਪਰ ਗਿਰਨ ਵਾਲੇ ਫੋਟੋਨਸ ਦੀ ਗਿਣਤੀ ਵਧੂਗੀ, ਜਿਹਦੇ ਨਾਲ ਇਲੈਕਟ੍ਰੋਨ ਨਿਕਲਣ ਦੀ ਗਿਣਤੀ ਵਧੂਗੀ, ਪਰ ਇਲੈਕਟ੍ਰੋਨ ਕੋਲੇ ਜਿਹੜੀ એનર્ਜੀ ਹੈ ਜਾਂ ਫੋਟੋਨ ਕੋਲੇ ਜਿਹੜੀ એનર્ਜੀ ਹੈ ਉਹਦੇ 'ਤੇ ਕੋਈ ਫਰਕ ਨਹੀਂ ਪੈਂਦਾ। ਆਲ ਦਾ ਫੋਟੋਨ emitted from a source of radiation travel through the space with the same speed of light। ਤਾਂ ਫੋਟੋਨ ਦੀ ਜਿਹੜੀ ਸਪੀਡ ਹੁੰਦੀ ਹੈ ਲਾਈਟ ਦੀ ਸਪੀਡ ਦੇ ਬਰਾਬਰ ਹੁੰਦੀ ਹੈ। frequency of the photon gives the radiation a definite energy which does not change with the photon travel through the different medium। ਤਾਂ ਜਿਹੜੀ ਫਰੀਕੁਐਂਸੀ ਹੈ ਫੋਟੋਨ ਦੀ, ਠੀਕ ਹੈ, ਉਹਦੇ ਨਾਲ ਉਹ ਜੋ ਰੇਡੀਏਸ਼ਨ ਦੀ ਫਰੀਕੁਐਂਸੀ ਦੇ ਬਰਾਬਰ ਹੁੰਦੀ ਹੈ, ਅਤੇ ਉਹਦੇ ਨਾਲ ਜਿਹੜੀ એનર્ਜੀ ਹੁੰਦੀ ਹੈ ਫੋਟੋਨ ਦੀ ਉਹ ਚੇਂਜ ਨਹੀਂ ਹੁੰਦੀ, ਚਾਹੇ ਉਹ ਫੋਟੋਨ ਜਿਹੜੇ ਮਰਜ਼ੀ ਮੀਡੀਅਮ ਦੇ ਵਿੱਚੋਂ ਟਰੈਵਲ ਕਰੇ। ਵੈਲੋਸਿਟੀ ਆਫ ਦਾ ਫੋਟੋਨ ਜਿਹੜੀ ਹੁੰਦੀ ਹੈ ਉਹ ਅਲੱਗ-ਅਲੱਗ ਮੀਡੀਅਮ 'ਚ ਅਲੱਗ-ਅਲੱਗ ਹੁੰਦੀ ਹੈ। ਕਿਉਂ? ਕਿਉਂਕਿ ਵੇਵ ਲੈਂਥ ਦੇ ਚੇਂਜ ਹੋਣ ਨਾਲ। ਜਿਹੜੀ ਵੈਲੋਸਿਟੀ ਹੈ ਵੇਵ ਲੈਂਥ ਉੱਪਰ ਡਿਪੈਂਡ ਕਰਦੀ ਹੈ, ਫਰੀਕੁਐਂਸੀ ਉੱਪਰ ਡਿਪੈਂਡ ਨਹੀਂ ਕਰਦੀ, ਠੀਕ ਹੈ। ਤਾਂ ਰੈਸਟ ਮਾਸ ਆਫ ਦਾ ਫੋਟੋਨ ਇਜ਼ ਜ਼ੀਰੋ ਅਕੋਰਡਿੰਗ ਟੂ ਦਾ ਥਿਊਰੀ ਆਫ ਰੈਲੇਟਿਵਿਟੀ, ਜੋ ਆਇਨਸਟਾਈਨ ਨੇ ਦਿੱਤੀ ਸੀਗੀ। ਐਮ ਕੀ ਹੈ? ਮਾਸ ਐਮ ਆਫ ਦਾ ਪਾਰਟੀਕਲ ਮੂਵਿੰਗ ਵਿਦ ਵੈਲੋਸਿਟੀ ਵੀ ਕੰਪੇਰੇਬਲ ਵਿਦ ਦਾ ਵੈਲੋਸਿਟੀ ਆਫ ਲਾਈਟ ਸੀ। ਜੇਕਰ ਕੋਈ ਪਾਰਟੀਕਲ ਹੈ ਜਿਹਦਾ ਮਾਸ ਐਮ ਹੈ, ਉਹ ਵੈਲੋਸਿਟੀ ਆਫ ਲਾਈਟ ਦੇ ਲਗਭਗ ਬਰਾਬਰ ਚੱਲ ਰਿਹਾ ਹੈ, ਲਗਭਗ, ਕੰਪੇਰੇਬਲ ਮਤਲਬ ਲਗਭਗ। ਸੀ ਵੈਲੋਸਿਟੀ ਆਫ ਲਾਈਟ ਹੈ ਅਤੇ ਵੀ ਉਹ ਤੋਂ ਥੋੜ੍ਹੀ ਮੋਟੀ ਘੱਟ ਹੈ, ਤਾਂ ਉਹਦਾ ਮਾਸ ਕਿੰਨਾ ਹੋਊਗਾ? m0/1 - v²/c²। ਤਾਂ m0 ਕੀ ਹੈ? m0 ਨੂੰ ਕਹਿੰਦੇ ਨੇ ਰੈਸਟ ਮਾਸ ਆਫ ਦਾ ਫੋਟੋਨ, ਠੀਕ ਹੈ, ਜਾਂ ਰੈਸਟ ਮਾਸ ਆਫ ਦਾ ਪਾਰਟੀਕਲ। ਤਾਂ ਐਜ਼ ਅ ਫੋਟੋਨ ਮੂਵ ਵਿਦ ਦ ਸਪੀਡ ਆਫ ਲਾਈਟ, ਹੁਣ ਜਿਹੜਾ ਫੋਟੋਨ ਹੈ ਉਹ ਲਾਈਟ ਦੀ ਸਪੀਡ ਨਾਲ ਚੱਲਦਾ ਹੈ। ਜੇ ਆਪਾਂ ਉਸ ਇੱਥੇ ਇਕੁਏਸ਼ਨ 'ਚ ਭਰ ਦਈਏ, ਦੇਖੋ m0 ਕੀ ਹੈ? m × 1 - v²/c²। ਆਪਾਂ ਉੱਪਰ ਕੀ ਕਿਹਾ ਕਿ ਫੋਟੋਨ ਦੀ ਸਪੀਡ ਹੈ ਜਿਹੜੀ v ਹੈ ਜਿਹੜੀ ਉਹ ਲਾਈਟ ਦੀ ਸਪੀਡ ਦੇ ਬਰਾਬਰ ਹੁੰਦੀ ਹੈ। ਤਾਂ ਜੇ ਤੁਸੀਂ ਇਹ ਭਰ ਦੋਗੇ ਇੱਥੇ ਤਾਂ ਕੀ ਹੋ ਜਾਊਗਾ? 1 - c²/c², ਕੱਟ ਗਿਆ 1 ਆ ਗਿਆ, ਤਾਂ m × 1 - 1 ਦੈਟ ਇਜ਼ 0। ਤਾਂ ਸਾਡੇ ਕੋਲ ਆਨਸਰ ਕੀ ਆ ਗਿਆ? 0 ਆਨਸਰ ਆ ਗਿਆ। ਤਾਂ ਰੈਸਟ ਮਾਸ ਹੈ ਜਿਹੜਾ ਫੋਟੋਨ ਦਾ 0 ਹੁੰਦਾ। ਫੋਟੋਨ ਆਰ ਨੋਟ ਡਿਫਲੈਕਟਡ ਬਾਈ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ। ਮਤਲਬ ਜੇ ਫੋਟੋਨ ਨੂੰ ਆਪਾਂ ਇਲੈਕਟ੍ਰਿਕ ਫੀਲਡ 'ਚੋਂ ਲੰਘਾਈਏ ਤਾਂ ਵੀ ਉਹਦੇ ਰਸਤੇ 'ਤੇ ਕੋਈ ਫਰਕ ਨਹੀਂ ਪੈਂਦਾ, ਜੇ ਮੈਗਨੈਟਿਕ ਫੀਲਡ 'ਚੋਂ ਲੰਘਾਈਏ ਤਾਂ ਵੀ ਕੋਈ ਨਹੀਂ ਪੈਂਦਾ। ਇੱਥੋਂ ਇਹ ਪ੍ਰੂਵ ਹੁੰਦਾ ਕਿ ਫੋਟੋਨ 'ਤੇ ਕੋਈ ਚਾਰਜ ਨਹੀਂ ਹੁੰਦਾ, ਦੇ ਆਰ ਨਿਊਟਰਲ। ਫੋਟੋਨ ਪਾਰਟੀਕਲ ਕਲੀਜ਼ਨ ਐਨਰਜੀ ਐਂਡ ਮੋਮੈਂਟਮ ਆਰ ਕੰਜ਼ਰਵਡ। ਆਪਾਂ ਹੁਣੇ ਗੱਲ ਕਰਕੇ ਹਟੇ ਹਾਂ, ਜਿਹੜਾ ਆਪਾਂ ਕੀਤਾ ਸੀ ਕਿ ਜਿਹੜਾ ਫੋਟੋ ਇਲੈਕਟ੍ਰਿਕ ਐਮਿਸ਼ਨ ਹੈ ਉਹ ਇਨਸਟੈਂਟੇਨੀਅਸ ਹੈ। ਕਿਉਂ? ਕਿਉਂਕਿ ਜਿਹੜਾ ਕੋਲੀਜ਼ਨ ਹੁੰਦਾ ਫੋਟੋਨ ਅਤੇ ਪਾਰਟੀਕਲ ਦੇ ਵਿਚਾਲੇ ਜਾਂ ਇਲੈਕਟ੍ਰੋਨ ਦੇ ਵਿਚਾਲੇ, ਉਹ ਇਲਾਸਟਿਕ ਨੇਚਰ ਦਾ ਹੁੰਦਾ, ਜਿਹਦੇ ਵਿੱਚ ਕਨੈਟਿਕ ਐਨਰਜੀ ਦੇ ਮੋਮੈਂਟਮ ਕੀ ਹੁੰਦੇ ਨੇ? ਕੰਜ਼ਰਵ ਹੁੰਦੇ ਨੇ। ਜਿਵੇਂ ਹੀ ਫੋਟੋਨ ਟਕਰਾਉਂਦਾ ਇਲੈਕਟ੍ਰੋਨ ਦੇ ਨਾਲ, ਉਵੇਂ ਹੀ ਆਪਣੀ ਐਨਰਜੀ ਜਿਹੜੀ ਉਹਨੂੰ ਟਰਾਂਸਫਰ ਕਰ ਦਿੰਦਾ ਸਾਰੀ ਦੀ ਸਾਰੀ ਇਲੈਕਟ੍ਰੋਨ ਨੂੰ ਇਨ ਦਾ ਸਿੰਗਲ ਸਟੈਪ। ਸੋ ਹੈਵਰ ਨੰਬਰ ਆਫ ਫੋਟੋਨ ਮੇ ਨੋਟ ਬੀ ਕੰਜ਼ਰਵਡ। ਨੰਬਰ ਆਫ ਫੋਟੋਨ ਕੰਜ਼ਰਵ ਨਹੀਂ ਹੁੰਦੇ, ਐਨਰਜੀ ਜਿਹੜਾ ਕੋਲੀਜ਼ਨ ਹੈ ਉਹ ਕੰਜ਼ਰਵ ਹੁੰਦਾ। 1 ਫੋਟੋਨ ਮੇ ਬੀ ਅਬਜ਼ੋਰਬਡ ਐਂਡ ਨਿਊ ਫੋਟੋਨ ਮੇ ਬੀ ਕ੍ਰੀਏਟਡ। ਤਾਂ ਜਦੋਂ ਇੱਕ ਫੋਟੋਨ ਕਹਿੰਦਾ ਅਬਜ਼ੋਰਬ ਹੁੰਦਾ ਤਾਂ ਨਵੇਂ ਫੋਟੋਨ ਵੀ ਕਈ ਵਾਰੀ ਪੈਦਾ ਹੁੰਦੇ ਨੇ, ਠੀਕ ਹੈ। ਤਾਂ ਫੇਲੀਅਰ ਇਹ ਸੀਗਾ ਸਾਡੇ ਕੋਲ ਪਾਰਟੀਕਲ ਨੇਚਰ ਨੂੰ ਪ੍ਰੂਵ ਕਰਦੇ ਹੋਏ ਕੁਛ ਪੁਆਇੰਟ, ਅਤੇ ਕਰੈਕਟਰਿਸਟਿਕ ਆਫ ਦਾ ਫੋਟੋਨ।
फिर आ गया फेलियर ऑफ द वेव थ्योरी ऑफ लाइट टू एक्सप्लेन द फोटोइलैक्ट्रिक इफैक्ट। हुण वेव थ्योरी जिहड़ी हैगी फोटोइलैक्ट्रिक इफैक्ट नूं एक्सप्लेन क्यों नहीं कर पाई। अकॉर्डिंग टू वेव थ्योरी ऑफ लाइट एनर्जी कैरिड बाय अ बीम ऑफ लाइट इज मेजर्ड इन टर्म ऑफ इंटेंसिटी ऑफ बीम। तो वेव थ्योरी की कहती है जिहड़ी एनर्जी है किसी लाइट की बीम कोल किहदे बराबर है, ਉਹਦੀ इंटेंसिटी ਤੇ डिपेंड करती है भी जे ਵੱਧ बीम पै रही है, ਵੱਧ मात्रा 'ਚ रोशनी पै रही है तो ਵੱਧ एनर्जी होगी। इफ द इंटेंसिटी ऑफ बीम ऑफ लाइट इज इनक्रीज, जे इंटेंसिटी ਵਧਾ ਦਾਂਗੇ ਤਾਂ ਉਹਦਾ ਐਂਪਲੀਟਿਊਡ ਆਫ ਦਾ ਵੇਵ ਵੱਧ ਜੂਗਾ ਤੇ ਉਹਦੀ એનર્ਜੀ ਜਿਹੜੀ ਉਹ ਵੀ ਵੱਧ ਜੂਗੀ। ਵੈਨ ਦਾ ਬੀਮ ਆਫ ਲਾਈਟ ਫਾਲ ਔਨ ਦਾ ਮੈਟਲ ਸਰਫੇਸ એનર્ਜੀ ਕੈਰੀਡ ਬਾਈ ਦਾ ਲਾਈਟ ਇਜ਼ ਡਿਸਟ੍ਰੀਬਿਊਟਡ ਯੂਨੀਫਾਰਮਲੀ ਓਵਰ ਦਾ ਇੰਟਾਇਰ ਸਰਫੇਸ ਦਾ ਮੈਟਲ। ਜੇਕਰ ਲਾਈਟ ਵੇਵ ਦੇ ਰੂਪ 'ਚ ਕਿਸੇ ਮੈਟਲ ਸਰਫੇਸ ਤੇ ਪਊਗੀ ਤਾਂ ਸਾਰੀ ਉਹਦੀ એનર્ਜੀ ਜਿਹੜੀ ਲਾਈਟ ਦੀ ਉਹ ਸਾਰੇ ਸਰਫੇਸ ਤੇ ਯੂਨੀਫਾਰਮਲੀ ਖਿੰਡ ਜੂਗੀ। all the free electron present in the metal surface will receive the light energy and will eject out of the metal surface। ਤਾਂ ਕੀ ਹੋਣਾ ਚਾਹੀਦਾ ਹੈ, ਸਾਰੇ ਹੀ free electron energy ਲੈਣ ਤੇ metal surface ਤੋਂ ਬਾਹਰ ਨਿਕਲ ਜਾਣ। when the wave of light of higher intensity fall on the metal surface it will impart more energy। ਤੇ ਕਿਉਂਕਿ ਉੱਪਰ ਆਪਾਂ ਗੱਲ ਕੀਤੀ ਹੈ ਕਿ એનર્ਜੀ ਵੇਵ ਥਿਊਰੀ ਦੇ ਅਕੋਰਡਿੰਗ ਇੰਟੈਂਸਿਟੀ 'ਤੇ ਡਿਪੈਂਡ ਕਰਦੀ ਹੈ। ਜੇ ਜ਼ਿਆਦਾ ਇੰਟੈਂਸਿਟੀ ਵਾਲੀ ਲਾਈਟ ਪਾਵਾਂਗੇ ਤਾਂ ਇਲੈਕਟ੍ਰੋਨ ਨੂੰ ਜ਼ਿਆਦਾ એનર્ਜੀ ਮਿਲੂਗੀ, ਡਿਊ ਟੂ ਵਿਚ ਕਿਨੈਟਿਕ એનર્ਜੀ ਆਫ ਦਾ ਐਜੈਕਟਡ ਇਲੈਕਟ੍ਰੋਨ ਵਿਲ ਇਨਕਰੀਜ਼। ਤਾਂ ਉਹਦੇ ਨਾਲ ਕੀ ਹੈ, ਜੇ ਜ਼ਿਆਦਾ ਇੰਟੈਂਸਿਟੀ ਵਾਲੀ ਲਾਈਟ ਪਾਵਾਂਗੇ ਜ਼ਿਆਦਾ એનર્ਜੀ ਮਿਲੂਗੀ ਤਾਂ ਇਲੈਕਟ੍ਰੋਨ ਜਿਹੜੇ ਬਾਹਰ ਨਿਕਲਣਗੇ ਉਹਨਾਂ ਕੋਲੇ ਕਿਨੈਟਿਕ એનર્ਜੀ ਵੀ ਜ਼ਿਆਦਾ ਹੋਊਗੀ। ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਉੱਪਰ ਕੀਤੀਆਂ ਗਈਆਂ ਨੇ ਇਹ ਐਕਸਪੈਰੀਮੈਂਟ ਦੇ ਨਾਲ ਵੇਰੀਫਾਈ ਨਹੀਂ ਹੁੰਦੀਆਂ, ਐਕਸਪੈਰੀਮੈਂਟ ਨਾਲ ਮੇਲ ਨਹੀਂ ਖਾਂਦੀਆਂ। ਐਕਸਪੈਰੀਮੈਂਟਲ ਰਿਜ਼ਲਟ ਨੇ ਜਿਹੜੇ ਇਹਨਾਂ ਗੱਲਾਂ ਨੂੰ ਵੇਰੀਫਾਈ ਨਹੀਂ ਕਰਦੇ। ਪਹਿਲੀ ਗੱਲ ਤਾਂ ਇਹ ਕਿ ਜੇਕਰ ਲਾਈਟ ਦੀ એનર્ਜੀ ਇੰਟੈਂਸਿਟੀ ਉੱਪਰ ਡਿਪੈਂਡ ਕਰਦੀ ਹੁੰਦੀ ਤਾਂ ਇੰਟੈਂਸਿਟੀ ਵਧਾਉਣ ਨਾਲ ਕਿਸੇ ਵੀ ਮੈਟਲ ਸਰਫੇਸ ਦੇ ਵਿੱਚੋਂ ਇਲੈਕਟ੍ਰੋਨ ਕੱਢਿਆ ਜਾ ਸਕਦਾ ਸੀ, ਕਿਸੇ ਵੀ ਲਾਈਟ ਨਾਲ ਕੋਈ ਵੀ ਫ੍ਰੀਕੁਐਂਸੀ ਵਾਲੀ ਲਾਈਟ ਦੀ ਇੰਟੈਂਸਿਟੀ ਵਧਾ ਕੇ ਇਲੈਕਟ੍ਰੋਨ ਕੱਢਿਆ ਜਾ ਸਕਦਾ ਹੁੰਦਾ। ਪਰ ਆਪਾਂ ਦੇਖਿਆ ਕਿ ਲਾਈਟ ਇਲੈਕਟ੍ਰੋਨ ਕੱਢਣ ਵਾਸਤੇ ਕਿਸੇ ਮੈਟਲ ਸਰਫੇਸ ਤੋਂ ਖਾਸ ਫ੍ਰੀਕੁਐਂਸੀ ਵਾਲੀ ਘੱਟੋ ਘੱਟ ਲਾਈਟ ਜਿਹੜੀ ਹੈਗੀ ਆਪਾਂ ਨੂੰ ਯੂਜ਼ ਕਰਨੀ ਪੈਂਦੀ ਹੈ। ਜੇ ਉਸ ਤੋਂ ਘੱਟ ਫ੍ਰੀਕੁਐਂਸੀ ਵਾਲੀ ਲਾਈਟ ਆਪਾਂ ਯੂਜ਼ ਕਰਾਂਗੇ ਤਾਂ ਲਾਈਟ ਚਾਹੇ 10 ਘੰਟੇ ਪਈ ਚੱਲੇ ਤਾਂ ਵੀ ਇਲੈਕਟ੍ਰੋਨ ਨਹੀਂ ਨਿਕਲਦਾ। ਦੂਜੀ ਗੱਲ ਇਹ ਕਿਹਾ ਕਿ ਇੰਟੈਂਸਿਟੀ ਵਧਣ ਨਾਲ ਕਿਨੈਟਿਕ એનર્ਜੀ ਵਧੂਗੀ, ਪਰ ਆਪਾਂ ਐਕਸਪੈਰੀਮੈਂਟਲੀ ਇਹ ਦੇਖਿਆ ਕਿ ਇੰਟੈਂਸਿਟੀ ਵਧਣ ਨਾਲ ਕਰੰਟ ਦੀ ਵੈਲਿਊ ਵੱਧਦੀ ਹੈ ਪਰ ਕਿਨੈਟਿਕ એનર્ਜੀ 'ਤੇ ਕੋਈ ਫਰਕ ਨਹੀਂ ਪੈਂਦਾ। ਅਤੇ ਇਹ ਸਾਰੀ ਗੱਲਾਂ ਐਕਸਪੈਰੀਮੈਂਟਲ ਰਿਜ਼ਲਟ ਨਾਲ ਮੇਲ ਨਹੀਂ ਖਾਂਦੀਆਂ। ਅਕੋਰਡਿੰਗ ਟੂ ਵੇਵ ਥਿਊਰੀ ਆਫ ਲਾਈਟ ਫੋਟੋ ਇਲੈਕਟ੍ਰਿਕ ਐਮਿਸ਼ਨ ਇਜ਼ ਪੋਸੀਬਲ ਫਰੋਮ ਮੈਟਲ ਸਰਫੇਸ ਬਾਏ ਵੇਵ ਆਫ ਲਾਈਟ ਆਫ ਆਲ ਫ੍ਰੀਕੁਐਂਸੀ। ਅਤੇ ਜਿਵੇਂ ਆਪਾਂ ਹੁਣ ਗੱਲ ਕੀਤੀ ਹੈ ਕਿ ਵੇਵ ਥਿਊਰੀ ਦੇ ਅਕੋਰਡਿੰਗ ਫੋਟੋ ਇਲੈਕਟ੍ਰਿਕ ਐਮਿਸ਼ਨ ਹਰੇਕ ਫ੍ਰੀਕੁਐਂਸੀ 'ਤੇ ਹੋਣਾ ਚਾਹੀਦਾ ਹੈ, ਪ੍ਰੋਵਾਈਡਡ ਕੀ ਹੈ ਇੰਟੈਂਸਿਟੀ ਆਫ ਲਾਈਟ ਸਫੀਸ਼ੀਐਂਟ, ਵੀ ਪਰ ਰੋਸ਼ਨੀ ਦੀ ਮਾਤਰਾ ਕੀ ਹੋਵੇ, ਸਹੀ ਹੋਵੇ। ਮਤਲਬ ਵੱਧ ਰੋਸ਼ਨੀ ਪਾ ਕੇ ਕਿਸੇ ਵੀ ਫ੍ਰੀਕੁਐਂਸੀ ਵਾਲੀ ਲਾਈਟ ਨਾਲ ਆਪਾਂ ਕੀ ਕਰ ਸਕਦੇ ਹਾਂ, ਇਲੈਕਟ੍ਰੋਨ ਕੱਢ ਸਕਦੇ ਹਾਂ। ਮਤਲਬ ਬਾਈ ਇਨਕਰੀਜ਼ਿੰਗ ਦ ਇੰਟੈਂਸਿਟੀ ਆਫ ਦ ਇੰਸੀਡੈਂਟ ਵੇਵ ਆਫ ਦ ਲਾਈਟ ਐਨਰਜੀ ਕੈਨ ਬੀ ਇਨਕਰੀਜ਼ਡ, ਵੀ ਜ਼ਿਆਦਾ ਇੰਟੈਂਸਿਟੀ ਪਾ ਕੇ ਐਨਰਜੀ ਵਧਾ ਸਕਦੇ ਹਾਂ ਤਾਂ ਫੋਟੋ ਇਲੈਕਟ੍ਰਿਕ ਐਮਿਸ਼ਨ ਕੀ ਹੋ ਜਾਊਗਾ ਕਿਸੇ ਵੀ ਫ੍ਰੀਕੁਐਂਸੀ 'ਤੇ, ਮਤਲਬ ਆਲ ਫ੍ਰੀਕੁਐਂਸੀ 'ਤੇ ਐਮਿਸ਼ਨ ਜਿਹੜਾ ਉਹ ਪੋਸੀਬਲ ਹੋਊਗਾ। ਠੀਕ ਹੈ, ਈਵਨ ਦਾ ਫ੍ਰੀਕੁਐਂਸੀ ਲੈਸ ਦੈਨ ਦਾ ਥ੍ਰੈਸ਼ਹੋਲਡ ਫ੍ਰੀਕੁਐਂਸੀ। ਬਟ ਐਕਸਪੈਰੀਮੈਂਟ ਨੇ ਜਿਹੜੇ ਉਹ ਇਸ ਗੱਲ ਨੂੰ ਵੇਰੀਫਾਈ ਨਹੀਂ ਕਰਦੇ, ਇਸ ਗੱਲ ਦੇ ਜਿਹੜੇ ਇਸ ਦੀ ਪੁਸ਼ਟੀ ਨਹੀਂ ਕਰਦੇ, ਕਿਉਂਕਿ ਐਕਸਪੈਰੀਮੈਂਟਲੀ ਇਹ ਚੀਜ਼ ਦੇਖੀ ਗਈ ਹੈ ਕਿ ਥ੍ਰੈਸ਼ਹੋਲਡ ਫ੍ਰੀਕੁਐਂਸੀ ਤੋਂ ਘੱਟ ਵਾਲੀ ਰੋਸ਼ਨੀ ਪਾਉਣ ਦੇ ਨਾਲ ਕਦੇ ਵੀ ਇਲੈਕਟ੍ਰੋਨ ਬਾਹਰ ਨਹੀਂ ਨਿਕਲਦਾ, ਚਾਹੇ ਜਿੰਨੀ ਮਰਜ਼ੀ ਇੰਟੈਂਸਿਟੀ ਵਧਾ ਲਈ ਜਾਵੇ, ਚਾਹੇ ਜਿੰਨਾ ਮਰਜ਼ੀ ਸਮਾਂ ਵਧਾਇਆ ਜਾਵੇ। ਵੈਨ ਦਾ ਵੇਵ ਆਫ ਲਾਈਟ ਫਾਲ ਔਨ ਦਾ ਮੈਟਲ ਸਰਫੇਸ ਐਨਰਜੀ ਆਫ ਦਾ ਵੇਵ ਲਾਈਟ ਵਿਲ ਨਾਟ ਗੋ ਟੂ ਦਾ ਪਰਟੀਕੂਲਰ ਇਲੈਕਟ੍ਰੋਨ ਇਨ ਦਾ ਮੈਟਲ ਬਟ ਵਿਲ ਬੀ ਡਿਸਟਰੀਬਿਊਟਡ ਟੂ ਆਲ ਇਲੈਕਟ੍ਰੋਨ ਪ੍ਰੈਜ਼ੈਂਟ ਇਨ ਦਾ ਇਲੂਮੀਨੇਟਡ ਪੋਰਸ਼ਨ ਆਫ ਦਾ ਮੈਟਲ ਸਰਫੇਸ। ਤਾਂ ਵੇਵ ਥਿਊਰੀ ਦੇ ਅਕੋਰਡਿੰਗ ਕੀ ਹੋਣਾ ਚਾਹੀਦਾ ਹੈ ਕਿ ਐਨਰਜੀ ਸਿਰਫ ਇੱਕ ਇਲੈਕਟ੍ਰੋਨ ਨੂੰ ਨਹੀਂ ਮਿਲਦੀ। ਐਨਰਜੀ ਜਦੋਂ ਮੈਟਲ ਸਰਫੇਸ 'ਤੇ ਰੋਸ਼ਨੀ ਪਊਗੀ ਤਾਂ ਜਿੰਨੇ ਸਰਫੇਸ 'ਤੇ ਰੋਸ਼ਨੀ ਪੈ ਰਹੀ ਹੈ ਉੱਥੇ ਜਿੰਨੇ ਵੀ ਇਲੈਕਟ੍ਰੋਨ ਨੇ ਸਭ ਨੂੰ ਐਨਰਜੀ ਵੰਡੀ ਜਾਊਗੀ। ਐਜ਼ ਏ ਰਿਜ਼ਲਟ ਇਲੈਕਟ੍ਰੋਨਾਂ ਨੂੰ ਜਿੰਨੀ ਐਨਰਜੀ ਚਾਹੀਦੀ ਹੈ ਨਿਕਲਣ ਵਾਸਤੇ ਉਹਨੂੰ ਇਕੱਠੀ ਹੋਣ 'ਚ ਥੋੜ੍ਹਾ ਜਿਹਾ ਸਮਾਂ ਲੱਗੂਗਾ। ਪਰ ਆਪਾਂ ਕੀ ਦੇਖਿਆ ਐਕਸਪੈਰੀਮੈਂਟਲੀ ਕਿ ਜਿਵੇਂ ਹੀ ਲਾਈਟ ਪੈਂਦੀ ਹੈ ਉਵੇਂ ਹੀ ਇਲੈਕਟ੍ਰੋਨ ਜਿਹੜਾ ਹੈਗਾ ਬਾਹਰ ਨਿਕਲ ਜਾਂਦਾ ਹੈ। ਮਤਲਬ ਲਾਈਟ ਪੈਣ ਅਤੇ ਇਲੈਕਟ੍ਰੋਨ ਦੇ ਬਾਹਰ ਨਿਕਲਣ ਦੇ ਵਿਚਾਲੇ ਜਿਹੜਾ ਟਾਈਮ ਗੈਪ ਹੈ ਉਹ 10⁻⁹ ਸੈਕਿੰਡ ਤੋਂ ਵੀ ਘੱਟ ਹੈ। ਠੀਕ ਹੈ, ਪਰ ਇਹਦੇ ਅਕੋਰਡਿੰਗ ਕੀ ਹੈ ਕਿ ਇੱਕ ਇਲੈਕਟ੍ਰੋਨ ਨੂੰ ਸਾਰੀ ਐਨਰਜੀ ਨਹੀਂ ਮਿਲ ਰਹੀ, ਐਨਰਜੀ ਵੰਡੀ ਗਈ, ਤਾਂ ਮਤਲਬ ਇਲੈਕਟ੍ਰੋਨਾਂ ਨੂੰ ਐਨਰਜੀ ਇਕੱਠੀ ਕਰਨ 'ਚ ਥੋੜ੍ਹਾ ਜਿਹਾ ਸਮਾਂ ਲੱਗੂਗਾ, ਟਾਈਮ ਗੈਪ ਹੋਊਗਾ ਲਾਈਟ ਪੈਣ ਅਤੇ ਇਲੈਕਟ੍ਰੋਨ ਨਿਕਲਣ ਦੇ ਵਿਚਾਲੇ। ਪਰ ਇਹ ਚੀਜ਼ ਐਕਸਪੈਰੀਮੈਂਟਲੀ ਦੇਖਣ ਨੂੰ ਨਹੀਂ ਮਿਲਦੀ। ਸੋ ਇਸ ਕਰਕੇ ਜਿਹੜਾ ਸਾਡੇ ਕੋਲ ਇਹ ਤਿੰਨੇ ਪੁਆਇੰਟ ਇਹ ਪ੍ਰੂਵ ਕਰਦੇ ਨੇ ਕਿ ਵੇਵ ਥਿਊਰੀ ਹੈ ਜਿਹੜੀ ਉਹ ਇਸ ਚੀਜ਼ ਨੂੰ ਐਕਸਪਲੇਨ ਕਰਨ 'ਚ ਫੇਲ ਹੋ ਗਈ ਕਿ ਫੋਟੋ ਇਲੈਕਟ੍ਰਿਕ ਐਮਿਸ਼ਨ ਕਿਵੇਂ ਹੁੰਦਾ ਹੈ। ਠੀਕ ਹੈ ਜੀ, ਤਾਂ ਅੱਜ ਦਾ ਸਾਡੇ ਕੋਲ ਜਿਹੜਾ ਲਾਸਟ ਟੌਪਿਕ ਹੈ ਦੈਟ ਇਜ਼ ਫੋਟੋ ਇਲੈਕਟ੍ਰਿਕ ਸੈੱਲ। ਫੋਟੋ ਇਲੈਕਟ੍ਰਿਕ ਸੈੱਲ ਇਹ ਵੀ ਇੰਪੋਰਟੈਂਟ ਟੌਪਿਕ ਹੈ। ਫੋਟੋ ਇਲੈਕਟ੍ਰਿਕ ਸੈੱਲ ਇਹ ਵੀ
ਕੱਲਾ 4 ਨੰਬਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ। ਤਾਂ ਵਾਟ ਇਜ਼ ਫੋਟੋ ਇਲੈਕਟ੍ਰਿਕ ਸੈੱਲ? ਇਟ ਇਜ਼ ਅ ਡਿਵਾइस ਵਿਚ ਕਨਵਰਟ ਲਾਈਟ એનર્ਜੀ ਇਨਟੂ ਇਲੈਕਟ੍ਰੀਕਲ એનર્ਜੀ, ਜਿਹਨੂੰ ਆਪਾਂ ਸੋਲਰ ਸੈੱਲ ਵੀ ਕਹਿ ਦਿੰਦੇ ਹਾਂ। ਠੀਕ ਹੈ, ਜੋ ਲਾਈਟ એનર્ਜੀ ਨੂੰ ਕਾਹਦੇ ਵਿੱਚ ਕਨਵਰਟ ਕਰ ਦਿੰਦਾ ਹੈ? ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਟ ਕਰਦਾ ਹੈ। ਇਟ ਇਜ਼ ਕਾਲਡ ਇਲੈਕਟ੍ਰੀਕਲ ਆਈ। ਸੋਲਰ ਸੈੱਲ ਨਹੀਂ ਕਹਿੰਦੇ, ਸੋਰੀ, ਇਹਨੂੰ ਇਲੈਕਟ੍ਰੀਕਲ ਫੋਟੋ ਇਲੈਕਟ੍ਰਿਕ ਸੈੱਲ ਹੀ ਕਹਿੰਦੇ ਨੇ। ਉਹਦੇ ਵਿੱਚ ਥੋੜ੍ਹਾ ਜਿਹਾ ਫਰਕ ਹੁੰਦਾ ਹੈ। ਸੋ ਇਟ ਇਜ਼ ਕਾਲਡ ਇਲੈਕਟ੍ਰੀਕਲ ਆਈ ਵੀ ਕਹਿੰਦੇ ਨੇ। ਇਹਦੇ ਵਿੱਚ ਹੁੰਦਾ ਕੀ ਹੈ? ਫੋਟੋ ਇਲੈਕਟ੍ਰਿਕ ਸੈੱਲ is also called phototube. It consists of an evacuated glass or quartz tube. Inside the tube, a semi-cylindrical photosensitive metal plate C and a wire loop A, which serve as a cathode and anode respectively. The tube is provided with insulation base, which metallic pin are projected. The element inside the tube are connected to the pins. Through these pins, photo cell is fitted into a socket and connected to the external circuit having battery B, micro ammeter and a load resistance R. देखो जी कंस्ट्रक्शन सानू दिखा रखी है। एक गलास या क्वार्ट्ज की बनी हुई ट्यूब है, ठीक है, ਉਹਦੇ ਵਿੱਚ ਇੱਕ ਸੈਮੀ ਸਿਲੰਡਰੀਕਲ ਅੱਧਾ ਸਿਲੰਡਰ ਦੀ ਸ਼ੇਪ ਦੇ ਵਿੱਚ ਇੱਕ ਪਲੇਟ ਸੀ ਹੈ ਜੋ ਫੋਟੋ ਸੈਂਸਿਟਿਵ ਮਟੀਰੀਅਲ ਦੀ ਬਣੀ ਹੋਈ ਹੈ। ਸਾਹਮਣੇ ਉਹਦੇ ਇੱਕ ਲੂਪ ਬਣੀ ਹੋਈ ਹੈ, ਕੋਇਲ ਪਈ ਹੈ। ਇਹ ਕੈਥੋਡ ਦਾ ਕੰਮ ਕਰਦਾ ਹੈ, ਐਨੋਡ ਦਾ ਕੰਮ ਕਰਦਾ ਹੈ। ਠੀਕ ਹੈ, ਨੀਚੇ ਇੱਕ ਨੋਨ ਕੰਡਕਟਿੰਗ ਜਾਂ ਨੋਨ ਮੈਟੈਲਿਕ ਬੇਸ ਹੈ। ਇਹਦੇ ਵਿੱਚ 2 ਪਿੰਨ ਅੰਦਰ ਗਈਆਂ ਹੋਈਆਂ ਨੇ। ਇਹ ਪਿੰਨ ਇਹਨਾਂ ਦੋਨਾਂ ਨੂੰ ਟੱਚ ਕਰ ਰਹੇ ਨੇ ਆਪਸ 'ਚ। ਬਾਹਰਲੇ ਪਾਸੇ ਪਿੰਨ ਨੇ ਜਿਹੜੀਆਂ ਇੱਕ ਸਰਕਟ ਦੇ ਨਾਲ ਜੁੜੀਆਂ, ਜਿਹਦੇ 'ਚ ਬੈਟਰੀ ਲੱਗੀ ਹੋਈ ਹੈ, ਇੱਕ ਐਮਮੀਟਰ ਲੱਗਿਆ ਹੋਇਆ, ਇੱਕ ਲੋਡ ਲੱਗਿਆ ਹੋਇਆ। ਵਰਕ ਕਿਵੇਂ ਕਰਦਾ, ਕੰਮ ਕੀ ਹੈ? ਵੈਨ ਅ ਲਾਈਟ ਆਫ ਸੂਟੇਬਲ ਫਰੀਕੁਐਂਸੀ ਇਜ਼ ਅਲਾਊਡ ਟੂ ਫਾਲ ਔਨ ਦਾ ਕੈਥੋਡ। ਇਹਦੇ ਉੱਪਰ ਲਾਈਟ ਪੈ ਰਹੀ ਹੈ, ਦੇਖੋ ਲਾਈਟ ਪਊਗੀ ਤਾਂ ਫੋਟੋ ਸੈਂਸਿਟਿਵ ਮਟੀਰੀਅਲ ਦਾ ਬਣਿਆ ਹੋਇਆ, ਮਤਲਬ ਜੋ ਰੋਸ਼ਨੀ ਨਾਲ ਇਲੈਕਟ੍ਰੋਨ ਛੱਡਦਾ। ਇਲੈਕਟ੍ਰੋਨ ਨਿਕਲਣਗੇ ਤਾਂ ਨਿਕਲ ਕੇ ਕਿੱਧਰ ਜਾਣਗੇ? ਏ ਵੱਲ, ਐਨੋਡ ਵੱਲ ਜਾਣਗੇ। ਜਿਹਨੂੰ ਆਪਾਂ ਕਾਹਦੇ ਨਾਲ ਜੋੜਿਆ ਹੋਇਆ? ਦੇਖੋ ਧਿਆਨ ਨਾਲ ਦੇਖੋ, ਇਹਨੂੰ ਜੋੜਿਆ ਹੋਇਆ ਆਪਾਂ ਨੇ ਪੋਜ਼ੀਟਿਵ ਟਰਮੀਨਲ ਨਾਲ। ਤਾਂ ਇਲੈਕਟ੍ਰੋਨ ਨੇ ਜਿਹੜੇ ਉਹ ਏ ਵੱਲ ਜਾਣਗੇ। ਸੋ ਦੀਜ਼ ਆਰ ਅਟਰੈਕਟਡ ਬਾਏ ਐਨੋਡ ਵਿਚ ਇਜ਼ ਕੈਪਟ ਪੋਜ਼ੀਟਿਵ ਵਿਦ ਰਿਸਪੈਕਟ ਟੂ ਕੈਥੋਡ। ਸੀ ਦੇ ਮੁਕਾ ਇਹ ਨੈਗੇਟਿਵ ਹੈ, ਪੋਜ਼ੀਟਿਵ ਹੈ। ਸੋ ਕਰੰਟ ਫਲੋ ਕਰੂਗਾ ਆਊਟਰ ਸਰਕਟ 'ਚ। ਠੀਕ ਹੈ, ਇੱਧਰੋਂ ਆਊਟ ਸਰਕਟ 'ਚ ਕਰੰਟ ਫਲੋ ਡਿਊ ਟੂ ਦਿਸ ਮਾਈਕਰੋ ਐਮੀਟਰ ਜਿਹੜਾ ਹੈਗਾ, ਇਲੈਕਟ੍ਰੋਨ ਇੱਥੇ ਜਾ ਕੇ ਇਹਦੇ ਵਿੱਚੋਂ ਦੀ ਹੁੰਦੇ ਹੋਏ ਇਸ ਵਿੱਚੋਂ ਲੰਘਣਗੇ ਤਾਂ ਇਹ ਕੀ ਦਿਖਾਊਗਾ? ਰੀਡਿੰਗ ਦਿਖਾਊਗਾ ਮਾਈਕਰੋ ਐਮੀਟਰ। So the photoelectric current, it is very small, so it is to be amplified first before it used for some useful work. ਤਾਂ ਇਹ ਕਰੰਟ ਬਹੁਤ ਜ਼ਿਆਦਾ ਹੈ, ਘੱਟ ਹੈ, ਤਾਂ ਇਸ ਨੂੰ ਯੂਜ਼ ਕਰਨ ਵਾਸਤੇ ਪਹਿਲਾਂ ਇਹਨੂੰ ਐਂਪਲੀਫਾਈ ਕਰਨਾ ਪਊਗਾ, ਇਹਦੀ ਮਾਤਰਾ ਨੂੰ ਵਧਾਉਣਾ ਪਊਗਾ, ਤਾਂ ਹੀ ਇਹਨੂੰ ਆਪਾਂ ਕਿਸੇ ਕੰਮ ਵਾਸਤੇ ਵਰਤ ਸਕਦੇ ਹਾਂ। ਵੈਨ ਦਾ ਲਾਈਟ ਇਜ਼ ਕੱਟ ਆਫ, ਜੇ ਲਾਈਟ ਬੰਦ ਕਰ ਦਾਂਗੇ ਤਾਂ ਕੋਈ ਫੋਟੋ ਇਲੈਕਟ੍ਰੋਨ ਇੱਥੋਂ ਨਹੀਂ ਨਿਕਲੂਗਾ ਅਤੇ ਕੋਈ ਇਲੈਕਟ੍ਰੋਨ ਕੈਥੋਡ ਤੋਂ ਨਿਕਲ ਕੇ ਐਨੋਡ ਕੋਲ ਨਹੀਂ ਜਾਊਗਾ, ਤਾਂ ਕੋਈ ਵੀ ਕਰੰਟ ਐਕਸਟਰਨਲ ਸਰਕਟ 'ਚ ਪੈਦਾ ਨਹੀਂ ਹੋਣਾ। ਹੁਣ ਇਹਨੂੰ ਆਪਾਂ ਯੂਜ਼ ਕਿੱਥੇ ਕਰਦੇ ਹਾਂ? ਦੀ ਐਪਲੀਕੇਸ਼ਨ ਜੋ ਕਿ ਜ਼ਿਆਦਾ ਇਹ ਪੁੱਛੀਆਂ ਜਾਂਦੀਆਂ ਨੇ। ਸੋ ਇਟ ਇਜ਼ ਯੂਜ਼ਡ ਇਨ ਦਾ ਟੈਲੀਵਿਜ਼ਨ ਕੈਮਰਾ ਔਰ ਟੈਲੀਕਾਸਟਿੰਗ ਸੀਨ ਐਂਡ ਫੋਟੋਗ੍ਰਾਫੀ। ਤਾਂ ਜਿਹੜੇ ਕੈਮਰਾਜ਼ ਹੁੰਦੇ ਨੇ ਉਹਦੇ ਵਿੱਚ ਜਿਹੜੇ ਪਿਕਚਰਸ ਨੇ, ਇੱਕ ਤਰ੍ਹਾਂ ਦੀ ਪਿਕਚਰ ਨੂੰ ਟੈਲੀਕਾਸਟ ਕਰਨ ਵਾਸਤੇ ਇਹਨੂੰ ਆਪਾਂ ਯੂਜ਼ ਕਰਦੇ ਹਾਂ। ਯੂਜ਼ਡ ਫॉर ਰੀਪਰੋਡਕਸ਼ਨ ਆਫ ਦਾ ਸਾਊਂਡ ਰਿਕਾਰਡ ਔਨ ਦਾ ਫਿਲਮ ਅਲੋਂਗ ਵਿਦ ਦਾ ਪਿਕਚਰ ਇਨ ਦਾ ਮੂਵੀ ਥੀਏਟਰ। ਤਾਂ ਜਿਹੜੀ ਮੂਵੀ ਥੀਏਟਰ ਦੇ ਵਿੱਚ ਜਿਹੜੀ ਪਿਕਚਰ ਚੱਲਦੀ ਹੈ ਉਹਦੇ ਨਾਲ ਜਿਹੜਾ ਸਾਊਂਡ ਪੈਦਾ ਹੁੰਦਾ ਹੈ ਪਿਕਚਰ ਦੇ ਨਾਲ, ਉਹਨੂੰ ਸਾਊਂਡ ਨੂੰ ਰੀਪਰੋਡਿਊਸ ਕਰਨ ਵਾਸਤੇ, ਦੁਬਾਰਾ ਪੈਦਾ ਕਰਨ ਵਾਸਤੇ ਇਹਨੂੰ ਯੂਜ਼ ਕੀਤਾ ਜਾਂਦਾ ਹੈ। ਕਾਊਂਟਿੰਗ ਡਿਵਾਈਸ, ਜਿਵੇਂ ਕੋਈ ਕਮਰੇ ਦੇ ਅੰਦਰ, ਕਮਰੇ ਦੇ ਦਰਵਾਜ਼ੇ ਦੇ ਉੱਪਰ ਉਹਨੂੰ ਲਗਾ ਦਿੰਦੇ ਨੇ ਅਤੇ ਕਿੰਨੇ ਬੰਦੇ ਕਮਰੇ 'ਚ ਐਂਟਰ ਕੀਤੇ ਤਾਂ ਉਹਨੂੰ ਇਹ ਕਾਊਂਟ ਕਰ ਲੂਗਾ। ਠੀਕ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਕਾਊਂਟਿੰਗ ਨੋਟ ਮਸ਼ੀਨ, ਗਿਣਨ ਵਾਲੀ ਮਸ਼ੀਨ ਆਉਂਦੀ ਹੈ, ਉਹਦੇ ਵਿੱਚ ਵੀ ਇਹ ਯੂਜ਼ ਹੁੰਦੇ ਨੇ। ਬਰਗਰ ਅਲਾਰਮ ਜਾਂ ਫਾਇਰ ਅਲਾਰਮ, ਜਦੋਂ ਵੀ ਕਿਤੇ ਅੱਗ ਲੱਗੂਗੀ ਜਾਂ ਤਾਂ ਉਹਦਾ ਜਿਹੜਾ ਅਲਾਰਮ ਹੁੰਦਾ ਉਹਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ, ਕਿਉਂਕਿ ਅਲੱਗ ਅਲੱਗ ਨਾਲ ਲਾਈਟ ਪੈਦਾ ਹੋਊਗੀ, ਲਾਈਟ ਪੈਦਾ ਹੋਣ ਦੇ ਵਿੱਚੋਂ ਕਰੰਟ ਪਾਸ ਕਰੂਗਾ, ਜਿਹਦੇ ਨਾਲ ਘੰਟੀ ਵੱਜ ਜੂਗੀ, ਬੈਲ ਵੱਜ ਜੂਗੀ। ਫੋਟੋ ਇਲੈਕਟ੍ਰਿਕ ਸੈੱਲ ਆਰ ਯੂਜ਼ ਟੂ ਮੈਜਰ ਦਾ ਟੈਂਪਰੇਚਰ ਆਫ ਸਟਾਰਸ। ਠੀਕ ਹੈ, ਸਟਾਰ ਦਾ ਟੈਂਪਰੇਚਰ ਮੈਜਰ ਕਰਨ ਵਾਸਤੇ ਯੂਜ਼, ਜਿਹਦੇ ਨਾਲ ਸਾਨੂੰ ਸਪੈਕਟਰਮ ਆਫ ਦਾ ਹੈਵਲੀ ਬੋਡੀਜ਼, ਵੀ ਉੱਥੋਂ ਕਿਹੜੀ ਤਰ੍ਹਾਂ ਦੀ ਰੋਸ਼ਨੀ ਆ ਰਹੀ ਹੈ, ਕਿੰਨੀ ਵੇਵ ਲੈਂਥ ਦੀ, ਕਿੰਨੀ ਫਰੀਕੁਐਂਸੀ ਲਾਈਟ ਆ ਰਹੀ ਹੈ, ਉਹਨੂੰ ਮੈਜਰ ਕਰਨ ਦੇ ਵਿੱਚ ਸਾਡੀ ਸਹਾਇਤਾ ਕਰਦਾ ਇਹ। ਦੇ ਆਰ ਯੂਜ਼ ਟੂ ਬੀ ਸਵਿਚ ਔਨ ਐਂਡ ਆਫ ਦਾ ਸਟਰੀਟ ਲਾਈਟ ਐਟ ਦਾ ਡੈਸਕ ਐਂਡ ਡਾਊਨ। ਜਿਹਨੂੰ ਆਪਾਂ ਕਹਿੰਦੇ ਹਾਂ ਆਟੋਮੈਟਿਕ ਸਟਰੀਟ ਲਾਈਟਾਂ। ਜਦੋਂ ਹਨੇਰਾ ਹੋਊਗਾ ਤਾਂ ਚੱਲ ਪੈਣਗੀਆਂ, ਜਦੋਂ ਰੋਸ਼ਨੀ ਹੋਊਗੀ ਤਾਂ ਬੰਦ ਹੋ ਜਾਣਗੀਆਂ। ਇਹ ਸੈਂਸਰ ਦਾ ਕੰਮ ਕਰਦਾ ਹੈ। ਦੇ ਆਰ ਯੂਜ਼ਡ ਇਨ ਫੋਟੋਮੀਟਰੀ ਟੂ ਕੰਪੇਅਰ ਦਾ ਇਲੂਮੀਨੇਟਿੰਗ ਪਾਵਰ ਆਫ ਦਾ ਟੂ ਸੋਰਸਿਸ। ਦੋ ਅਲੱਗ ਅਲੱਗ ਸੋਰਸਿਸ ਤੋਂ ਦੀ ਇਲੂਮੀਨੇਟਿੰਗ ਪਾਵਰ ਕਿੰਨੀ ਹੈ, ਕੌਣ ਜ਼ਿਆਦਾ ਰੋਸ਼ਨੀ ਛੱਡ ਰਿਹਾ ਹੈ, ਕੌਣ ਘੱਟ ਛੱਡ ਰਿਹਾ ਹੈ, ਉਹਨੂੰ ਕੰਪੇਅਰ ਕਰਨ ਵਾਸਤੇ ਦੀ ਯੂਜ਼ ਕਰਦੇ ਹਾਂ ਆਪਾਂ। ਦੇ ਆਰ ਯੂਜ਼ਡ ਇਨ ਦਾ ਇੰਡਸਟਰੀ ਫॉर ਲੋਕੇਟਿੰਗ ਦਾ ਮਾਈਨਰ ਫਲੋਜ਼ ਔਰ ਹੋਲ ਇਨ ਦਾ ਮੈਟੈਲਿਕ ਸ਼ੀਟ। ਠੀਕ ਹੈ, ਕਿਸੇ ਸ਼ੀਟ ਦੇ ਪਿਛਲੇ ਪਾਸੇ ਨੂੰ ਰੱਖ ਕੇ ਸ਼ੀਟ ਦੇ ਉੱਪਰ ਦੀ ਲਾਈਟ ਪਾਉਂਦੇ ਹਾਂ, ਜੇ ਸ਼ੀਟ ਦੇ ਵਿੱਚ ਕੋਈ ਫਾਲ ਹੋਊਗਾ, ਕੋਈ ਕਰੈਕ ਹੋਊਗਾ ਤਾਂ ਲਾਈਟ ਇਹਦੇ ਉੱਪਰ ਜਾ ਕੇ ਪਊਗੀ, ਤਾਂ ਇਹ ਕੰਮ ਕਰਨਾ ਸ਼ੁਰੂ ਕਰ ਦੂਗਾ, ਕੰਡਕਟ ਕਰਨਾ ਸ਼ੁਰੂ ਕਰ ਦੂਗਾ, ਤਾਂ ਸਾਨੂੰ ਪਤਾ ਲੱਗ ਜੂਗਾ ਕਿ ਉਹਦੇ ਵਿੱਚ ਕੋਈ ਕਰੈਕ ਜਾਂ ਕੋਈ ਫਲੋ ਤਾਂ ਨਹੀਂ ਹੈਗਾ। ਫੋਟੋ ਇਲੈਕਟ੍ਰਿਕ ਸ਼ਾਰਟਰ, ਮਤਲਬ ਚੀਜ਼ਾਂ ਨੂੰ ਅਲੱਗ ਅਲੱਗ ਕਰਨ ਵਾਸਤੇ, ਸ਼ਾਰਟ ਕਰਨ ਵਾਸਤੇ ਵੀ ਉਹ ਚੀਜ਼ ਉਹਦੇ ਵਿੱਚ ਇੱਕ ਨਾਲ ਦੀ ਚੀਜ਼ਾਂ ਹੈਗੀਆਂ ਨੇ ਜਾਂ ਨਹੀਂ ਹੈਗੀਆਂ।
ਓਪੈਸਿਟੀ ਆਫ ਦ ਸੋਲਿਡ ਐਂਡ ਲਿਕੁਇਡ, ਕਿੰਨੀ ਲਾਈਟ ਕਿਸੇ ਸੋਲਿਡ ਜਾਂ ਲਿਕੁਇਡ 'ਚੋਂ ਪਾਸ ਹੋ ਸਕਦੀ ਹੈ ਉਹਦਾ ਪਤਾ ਲਗਾਉਣ ਵਾਸਤੇ, ਕਿਉਂਕਿ ਜੇ ਲਾਈਟ ਪਾਸ ਹੋਊਗੀ ਤਾਂ ਇਹਦੇ ਕੋਲ ਲਾਈਟ ਪਹੁੰਚੂਗੀ ਤਾਂ ਇਹ ਕੰਡਕਟ ਕਰੂਗਾ। ਟੂ ਕੰਟਰੋਲ ਦਾ ਟੈਂਪਰੇਚਰ ਐਂਡ ਦਾ ਕੈਮੀਕਲ ਰਿਐਕਸ਼ਨ, ਕੈਮੀਕਲ ਰਿਐਕਸ਼ਨ ਦੇ ਵਿੱਚ ਟੈਂਪਰੇਚਰ ਕੰਟਰੋਲ ਕਰਨ ਵਾਸਤੇ, ਕਿਉਂਕਿ ਜੇ ਟੈਂਪਰੇਚਰ ਵਧੂਗਾ ਤਾਂ ਟੈਂਪਰੇਚਰ ਵਧੂਗਾ ਰੋਸ਼ਨੀ ਦੇ ਵਧਣ ਨਾਲ, ਤਾਂ ਇਹ ਦੱਸੂਗਾ ਜ਼ਿਆਦਾ ਕਰੰਟ ਫਲੋ ਕਰਨਾ ਸ਼ੁਰੂ ਹੋ ਜਾਊਗਾ, ਤਾਂ ਸਾਨੂੰ ਪਤਾ ਲੱਗ ਜਾਊਗਾ ਕਿ ਟੈਂਪਰੇਚਰ ਜਿਹੜਾ ਵੇਰੀ ਕਰ ਰਿਹਾ ਹੈ। ਯੂਜ਼ ਟੂ ਡਿਟਰਮਿਨ ਦਾ ਪਲੈਂਕਸ ਕਾਂਸਟੈਂਟ, ਕਿਸੇ ਇਕੁਏਸ਼ਨ ਦੀ ਸਹਾਇਤਾ ਨਾਲ ਪਲੈਂਕਸ ਕਾਂਸਟੈਂਟ ਦੀ ਵੈਲਿਊ ਫਾਈਂਡ ਕਰਨ ਵਾਸਤੇ ਵੀ ਇਹਦੀ ਵਰਤੋਂ ਕੀਤੀ ਜਾਂਦੀ ਹੈ। ਸੋ ਦਿਸ ਇਜ਼ ਦ ਲਾਸਟ ਟੋਪਿਕ ਫॉर ਟੂਡੇ ਲੈਕਚਰ। ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਊਗਾ। ਦੁਬਾਰਾ ਸਮਝਣ ਵਾਸਤੇ ਲੈਕਚਰ ਨੂੰ ਜਿਹੜਾ ਹੈਗਾ ਰਿਪੀਟ ਕਰਕੇ ਦੇਖਿਓ। ਥੈਂਕ ਯੂ।